ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਆਪਾਂ ਅੱਜ ਪੜ੍ਹਨ ਲੱਗੇ 7th ਕਲਾਸ ਦਾ ਪਹਿਲਾ ਚੈਪਟਰ ਸੰਪੂਰਨ ਸੰਖਿਆਵਾਂ। ਦੇਖੋ, ਜਿਹੜਾ ਸੰਪੂਰਨ ਸੰਖਿਆਵਾਂ ਹੈ ਇਹਦੇ ਆਏ ਪਹਿਲਾਂ ਇਹਦੇ ਵਿੱਚ ਕੀ ਮੇਨ ਚੀਜ਼ ਹੈਗੀ ਹੈ। ਪਹਿਲਾਂ ਆਪਾਂ ਭੂਮਿਕਾ ਪੜ੍ਹਦੇ ਹਾਂ। ਭੂਮਿਕਾ ਦੇ ਵਿੱਚ ਉਹਨੇ ਕੀ ਕਿਹਾ, ਕਹਿੰਦਾ ਅਸੀਂ 6ਵੀਂ ਜਮਾਤ ਦੇ ਵਿੱਚ ਪੂਰਨ ਅਤੇ ਸੰਪੂਰਨ ਸੰਖਿਆਵਾਂ ਬਾਰੇ ਪੜ੍ਹ ਚੁੱਕੇ ਹਾਂ। ਪੂਰਨ ਤੁਹਾਨੂੰ ਯਾਦ ਹੋਊਗਾ, ਪਹਿਲਾਂ ਸਭ ਤੋਂ ਪਹਿਲਾਂ ਕੀ ਸੀਗੀਆਂ? ਪ੍ਰਾਕ੍ਰਿਤਿਕ ਸੰਖਿਆਵਾਂ ਸੀ ਨਾ। ਪ੍ਰਾਕ੍ਰਿਤਿਕ ਸੰਖਿਆਵਾਂ ਦੇ ਵਿੱਚ ਤੁਸੀਂ ਕੀ ਪੜ੍ਹਿਆ ਸੀਗਾ? ਇਹ 1 ਤੋਂ ਸਟਾਰਟ ਹੁੰਦੀਆਂ ਨੇ, 1 2 3 4 ਇੱਦਾਂ। ਫਿਰ ਪੂਰਨ 'ਚ ਪੜ੍ਹਿਆ। ਪੂਰਨ ਦੇ ਵਿੱਚ ਸਾਡੇ ਕੋਲ ਪੂਰਨ ਲਈ ਅਸੀਂ ਅਲੱਗ ਕੀ ਬਣਾਇਆ ਸੀਗਾ? ਇੱਕ ਬਣਾਇਆ ਸੀ ਵੀ ਜਿਹਦੇ ਵਿੱਚ 0 ਵੀ ਆ ਜਾਂਦੀ ਆ। ਤਾਂ 0 1 2 3 ਹੈ ਨਾ। ਤਾਂ ਸਾਇੰਸਦਾਨਾਂ ਨੂੰ ਇਹ ਲੱਗਿਆ, ਮੈਥਮੈਟੀਸ਼ੀਅਨਸ ਨੂੰ ਇਹ ਲੱਗਿਆ ਵੀ ਜੇ 0 ਪਾਤੀ ਨਾ ਅਸੀਂ ਸਾਰੀਆਂ ਸੰਖਿਆਵਾਂ ਲੱਭ ਲਈਆਂ, ਅਸੀਂ ਪੂਰਨ ਲੱਭ ਲਈਆਂ। ਠੀਕ ਹੈ। ਪੂਰਨ ਤੋਂ ਬਾਅਦ ਸੰਪੂਰਨ 'ਤੇ ਆਏ। ਸੰਪੂਰਨ ਸੰਖਿਆਵਾਂ ਵਿੱਚ ਅਸੀਂ ਕੀ ਪੜ੍ਹਿਆ? ਕਹਿੰਦਾ ਅਸੀਂ ਜਾਣਦੇ ਹਾਂ ਕਿ ਜਿਹੜੀ ਸੰਪੂਰਨ ਸੰਖਿਆਵਾਂ ਨੇ ਉਹ ਕੀ ਨੇ? ਪੂਰਨ ਸੰਖਿਆਵਾਂ ਅਤੇ ਰਿਣਾਤਮਕ ਸੰਖਿਆਵਾਂ ਦਾ ਇੱਕ ਬਹੁਤ ਵੱਡਾ ਸਮੂਹ ਹੁੰਦੀਆਂ ਨੇ। ਇਹ ਲਾਈਨ ਨੂੰ ਸਮਝਣ ਦੀ ਇੱਦਾਂ ਲੋੜ ਆ। ਜਿਹੜੀਆਂ ਸੰਪੂਰਨ ਨੇ, ਠੀਕ ਹੈ, ਉਹਦੇ ਵਿੱਚ ਤੁਹਾਡੇ ਕੋਲ ਕੀ ਆਏਗਾ? ਪਹਿਲਾਂ ਤਾਂ ਪੂਰਨ ਆ ਜਾਣਗੇ। ਪੂਰਨ ਕਿੱਥੋਂ ਸਟਾਰਟ ਹੁੰਦੀਆਂ ਨੇ? 0 ਤੋਂ। 0 1 2 3 4। ਠੀਕ ਹੈ। ਅਤੇ 1 2 3 4 ਜੇ ਆਪਾਂ ਇਕੱਲਾ ਇਹਨੂੰ ਦੇਖੀਏ, 0 ਨੂੰ ਛੱਡ ਦਈਏ, ਤਾਂ ਇਹ ਕਿਹੜੀਆਂ ਸੀਗੀਆਂ? ਪ੍ਰਾਕ੍ਰਿਤਕ। ਠੀਕ ਹੈ ਜੀ, ਇਹ ਵੀ ਤੁਹਾਨੂੰ ਸਮਝਣੀ ਚਾਹੀਦੀ ਚੀਜ਼। ਤਾਂ 1 ਤੋਂ ਸਟਾਰਟ ਹੋਣ ਵਾਲੀ ਸਾਰੀ ਪ੍ਰਾਕ੍ਰਿਤਿਕ ਸੀਗੀਆਂ। ਜਿਹੜੇ 0 ਤੋਂ ਸਟਾਰਟ ਹੋ ਗਿਆ, ਜਦੋਂ ਇੱਥੋਂ ਵੀ ਕਾਊਂਟ ਕਰਨਾ ਸ਼ੁਰੂ ਕਰਤਾ, ਇਹ ਅਸੀਂ ਕਿਹੜੀਆਂ ਬਣਾਤੀਆਂ? ਪੂਰਨ ਬਣਾਤੀਆਂ। ਅਤੇ ਨਾਲ ਜਦੋਂ ਅਸੀਂ ਇਹਦੇ ਵਿੱਚ -1 -2 ਦੇ ਨਾਲ ਕਿਹੜੀਆਂ ਲੈਣੀਆਂ? ਰਿਣਾਤਮਕ ਸੰਖਿਆਵਾਂ ਵੀ ਲੈ ਲਈਆਂ। ਉਹ ਕੀ ਹੋ ਗਿਆ? ਇਹ ਸਮੂਹ ਆ ਮਤਲਬ। ਠੀਕ ਹੈ। ਇਹ ਜਦੋਂ ਇਹ -ਇਨਫਾਈਨਾਈਟ ਤੋਂ ਇਨਫਾਈਨਾਈਟ ਤੱਕ ਜਾਊਗਾ, ਹੈ ਨਾ, ਵੀ ਅਣਗਿਣਤ ਤੱਕ ਕਰਾਂਗੇ, ਇਹ ਸਾਡੇ ਕੋਲ ਕਿਹੜਾ ਬਣ ਗਿਆ? ਪੂਰਾ ਸੰਪੂਰਨ ਸੰਖਿਆਵਾਂ ਦਾ ਇੱਕ ਕੀ ਬਣ ਗਿਆ? ਸਮੂਹ ਬਣ ਗਿਆ। ਕਲੀਅਰ ਚੀਜ਼ ਇਹ ਤਾਂ ਤੁਹਾਨੂੰ ਸਮਝ ਆ ਗਿਆ ਨਾ ਕਿੱਦਾਂ ਸੰਪੂਰਨ ਸੰਖਿਆਵਾਂ ਕੀ ਨੇ। ਤਾਂ ਜੇ ਕੁਐਸਚਨ ਇਹਨਾਂ ਵਿੱਚ ਇਸ ਤਰੀਕੇ ਨਾਲ ਜਿਹੜੀ ਲੌਜੀਕਲੀ ਗੱਲਾਂ ਬਣਦੀਆਂ ਨੇ, ਸਮਝਣ ਵਾਲੀਆਂ ਗੱਲਾਂ, ਉਹ ਇਹ ਬਣਦੀਆਂ ਨੇ ਕਿ 0 ਕੀ ਸੰਪੂਰਨ ਸੰਖਿਆ ਹੈ? ਹਾਂਜੀ ਹੈ। ਕਿਉਂ ਹੈ? ਕਿਉਂਕਿ 0 ਹੈ ਨਾ ਜਿਹੜੀ, ਉਹ ਦੇਖੋ ਪਹਿਲਾਂ ਤਾਂ ਕਿਉਂਕਿ ਜਿਹੜੀ 0 ਆ -1 -2 -3 1 2 3 ਇਹਦੇ ਵਿੱਚ ਹੀ ਆ ਰਹੀ ਹੈ ਨਾ। ਅਤੇ ਪੂਰਾ ਕੀ ਹੈ? ਇਹ ਪੂਰਾ ਸੰਪੂਰਨ ਹੈ। ਪਰ ਜੇ ਮੈਂ ਇਕੱਲਾ 0 ਤੋਂ ਇਹਨੂੰ ਚੱਕਦਾ, ਇਹਦੇ ਵਿੱਚ ਚੱਕਦਾ 0 1 2 3 4, ਇਹ ਕੀ ਆ? ਫਿਰ ਇਹ ਪੂਰਨ ਹੈ। ਜੇ ਮੈਂ ਇਕੱਲਾ 1 2 3 4 ਚੱਕਦਾ, ਫਿਰ ਇਹ ਮੇਰੇ ਕੋਲ ਕੀ ਆ? ਪ੍ਰਾਕ੍ਰਿਤਿਕ ਹੈ। ਸਮਝ ਆਈ ਗੱਲ? ਓਕੇ। ਕਹਿੰਦਾ ਤੁਸੀਂ ਪੂਰਨ ਸੰਖਿਆਵਾਂ ਅਤੇ ਸੰਪੂਰਨ ਸੰਖਿਆ ਵਿੱਚ ਕੀ ਅੰਤਰ ਪਾਇਆ? ਅੰਤਰ ਤੁਹਾਨੂੰ ਪਤਾ ਲੱਗ ਗਿਆ। ਠੀਕ ਹੈ। ਪੂਰਨ ਦੇ ਵਿੱਚ ਸਿਰਫ ਕੀ ਨੇ? ਧਨਾਤਮਕ ਨੇ, ਪਲੱਸ 0 ਵੀ ਆਏਗੀ। ਠੀਕ ਹੈ ਜੀ। 0 ਨਾ ਧਨਾਤਮਕ ਹੈ ਨਾ ਰਿਣਾਤਮਕ ਹੈ। ਠੀਕ ਹੈ। ਧਨਾਤਮਕ ਸੰਖਿਆਵਾਂ ਜਿਹੜੀਆਂ ਸਾਰੀਆਂ ਪੋਜ਼ੀਟਿਵ ਸੰਖਿਆਵਾਂ ਸੀਗੀਆਂ 1 2 3 4 ਨੂੰ ਜਦੋਂ ਧਨਾਤਮਕ ਸੰਖਿਆਵਾਂ +0 ਪਲੱਸ ਰਿਣਾਤਮਕ ਵੀ ਲੈ ਲੈਂਦੇ ਹਾਂ, -1 -2 -3, ਇਹ ਮੇਰੇ ਕੋਲ ਕੀ ਬਣ ਜਾਂਦੀਆਂ ਨੇ? ਸਾਰੀਆਂ ਸੰਪੂਰਨ ਸੰਖਿਆਵਾਂ। ਅਤੇ ਇੰਨੀ ਡੈਫੀਨੇਸ਼ਨ ਕਲੀਅਰ ਹੋ ਗਈ ਆ। ਜੇ ਤੁਹਾਨੂੰ ਕੋਈ ਪੁੱਛੇ ਸੰਪੂਰਨ ਸੰਖਿਆ, ਠੀਕ ਹੈ ਜੀ, ਤਾਂ ਤੁਸੀਂ ਦੱਸ ਸਕਦੇ ਹੋ ਨਾ ਕਿਹੜੀ ਨੇ ਸੰਪੂਰਨ ਸੰਖਿਆ। ਜੇ ਤੁਹਾਨੂੰ ਕੋਈ ਪੁੱਛੇ ਪੂਰਨ ਸੰਖਿਆ, ਜੇ ਮੈਂ ਤੁਹਾਨੂੰ ਕਹਾਂ -1 ਪੂਰਨ ਸੰਖਿਆ ਹੈ, ਕੁਐਸਚਨ ਇਹ ਹੈ ਕਿ -1 ਇੱਕ ਕੀ ਪੂਰਨ ਸੰਖਿਆ ਹੈ? ਤੁਸੀਂ ਕਹੋਗੇ ਨਹੀਂ। ਕਿਉਂ? ਕਿਉਂਕਿ ਇਹ ਕਿਹਦੇ ਵਿੱਚ ਆਉਂਦੀ ਹੈ? ਇਹ ਬਣੀ ਜਦੋਂ ਆਪਾਂ ਰਿਣਾਤਮਕ ਲੈਣਾ ਸ਼ੁਰੂ ਕਰਾਂਗੇ ਤਾਂ ਕੀ ਬਣਨਗੇ? ਨਵਾਂ ਨਾਮ ਕੀ ਦੇਣਾ ਉਹਨੂੰ? ਸੰਪੂਰਨ ਦੇਣਾ ਹੈ। ਕਲੀਅਰ ਚੀਜ਼? ਇਹ ਚੀਜ਼ ਹੈ। ਇਸ ਤਰੀਕੇ ਨਾਲ ਸਮਝੋ ਇਹਨੂੰ। ਤਾਂ ਪਹਿਲਾਂ ਤੁਹਾਨੂੰ ਇੰਨਾ ਪੈਰਾਗ੍ਰਾਫ ਹੀ ਸਮਝ ਆਉਣਾ ਚਾਹੀਦਾ। ਜਦੋਂ ਦੇਖੋ ਜਿਹੜੀ ਮੈਥ ਹੈ ਨਾ, ਮੈਥ ਨੂੰ ਜੇ ਤੁਸੀਂ ਬੁੱਕ ਨੂੰ ਰੀਡ ਕਰੋਗੇ ਹੋ, ਤੁਹਾਨੂੰ ਪਤਾ ਲੱਗੂਗਾ ਇਹਦੇ ਵਿੱਚ ਬਹੁਤ ਕੁਛ ਇੰਪੋਰਟੈਂਟ ਗੱਲਾਂ ਲਿਖੀਆਂ ਹੁੰਦੀਆਂ ਨੇ, ਜਿਹੜੇ ਬੇਸਿਕ ਕੰਸੈਪਟ ਬਣਦੇ ਨੇ ਸਾਡੇ ਕੋਲ ਜਾ ਕੇ, ਜਿਹੜੀ ਕਿਤਾਬ ਦੇ ਵਿੱਚ ਲਿਖੇ ਹੁੰਦੇ ਨੇ, ਪਰ ਅਸੀਂ ਉਹਨਾਂ ਨੂੰ ਪੜ੍ਹਦੇ ਨਹੀਂ ਹੈਗੇ, ਅਤੇ ਇਸ ਕਰਕੇ ਸਾਨੂੰ ਕੰਸੈਪਟ ਕਲੀਅਰ ਨਹੀਂ ਹੋ ਪਾਉਂਦੇ ਹੈਗੇ। ਉਹ ਤੋਂ ਬਾਅਦ ਅਸੀਂ ਕਹਿੰਦਾ ਨੈਕਸਟ ਸਾਡੇ ਕੋਲ ਕੀ ਹੈ? ਪੁਨਰ ਵਿਚਾਰ, ਰੀਕਾਲ ਕਰੋ। ਕਹਿੰਦਾ ਅਸੀਂ ਜਾਣਦੇ ਹਾਂ ਕਿ ਸੰਪੂਰਨ ਜਿਹੜੀ ਸੰਖਿਆਵਾਂ ਨੇ ਨਾ ਨੂੰ ਸੰਖਿਆ ਰੇਖਾ 'ਤੇ ਕਿਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ। ਸੰਖਿਆ ਰੇਖਾ ਕੀ ਹੁੰਦੀ ਆ? ਸੰਖਿਆ ਰੇਖਾ ਕੀ ਆ? ਕੁਛ ਨਹੀਂ ਹੈਗਾ। ਪਹਿਲੇ ਇੱਕ ਰੇਖਾ ਲੈ ਲਓ, ਇੱਕ ਰੇਖਾ ਖਿੱਚ ਲਈ ਇੱਦਾਂ। ਠੀਕ ਹੈ। ਇਹ ਦੋਨੋਂ ਪਾਸੇ ਦੇ ਐਰੋ ਲਗਾਏ ਆ। ਇਹਦਾ ਮਤਲਬ ਇਹ ਹੈ ਕਿ ਇਹਨੂੰ ਅਨੰਤ ਤੱਕ ਵਧਾਇਆ, ਇੱਧਰ ਸੱਜੇ ਪਾਸੇ ਵਧਾਇਆ ਜਾ ਸਕਦਾ ਹੈ, ਅਤੇ ਅਨੰਤ ਤੱਕ ਖੱਬੇ ਪਾਸੇ ਵਧਾਇਆ ਜਾ ਸਕਦਾ ਜੇ 2 ਐਰੋ ਲੱਗੇ ਹੋਣਗੇ। ਜੇ ਇੱਕ ਬਿੰਦੂ ਲੱਗਿਆ ਹੋਊਗਾ ਅਤੇ ਇੱਕ ਪਾਸੇ ਐਰੋ ਲੱਗਿਆ ਹੋਊਗਾ, ਇਹਨੂੰ ਇੱਕ ਪਾਸੇ ਅਨੰਤ ਤੱਕ ਵਧਾਇਆ ਜਾ ਸਕਦਾ ਹੈ। ਜੇ ਕੋਈ ਐਰੋ ਨਹੀਂ ਲੱਗੇ ਹੋਣਗੇ ਅਤੇ ਇੱਥੇ 2 ਬਿੰਦੂ ਲੱਗੇ ਹੋਣਗੇ, ਮੰਨ ਲਓ ਆਹ ਨੀਲੀ ਵਾਲੀ ਰੇਖਾ ਹੀ ਲੈ ਲੈਣਾ, ਇੱਥੇ ਇਹ ਪਰ ਕੀ ਬਣੇਗਾ? ਫਿਰ ਇਹ ਰੇਖਾ ਖੰਡ ਬਣੇਗਾ ਜਿਹਨੂੰ ਨਾ ਵਧਾਇਆ ਜਾ ਸਕਦਾ ਨਾ ਘਟਾਇਆ ਜਾ ਸਕਦਾ। ਠੀਕ ਹੈ। ਇੰਨੀ ਗੱਲ ਸਮਝ ਆ ਗਈ। ਤਾਂ ਜਿਹੜੀ ਰੇਖਾ ਸੀਗੀ, ਰੇਖਾ ਦੇ ਉੱਤੇ ਕੀ ਦਰਸਾਤੀਆਂ? ਸੰਖਿਆਵਾਂ 0 1 2 3 4 5 6 -1 -2 -3 -4। ਅਤੇ ਇਹਦਾ ਕੀ ਨਾਮ ਰੱਖਤਾ? ਇਹਦਾ ਨਾਮ ਰੱਖਤਾ ਸੰਖਿਆ ਰੇਖਾ। ਮਤਲਬ ਰੇਖਾ ਦੇ ਉੱਤੇ ਜਦੋਂ ਸੰਖਿਆਵਾਂ ਨੂੰ ਦਰਸਾਇਆ ਜਾਂਦਾ ਹੈ ਤਾਂ ਉਹ ਕੀ ਬਣ ਜਾਂਦੀ ਹੈ? ਸੰਖਿਆ ਰੇਖਾ ਬਣ ਜਾਂਦੀ ਹੈ। ਛੋਟੀ ਜਿਹੀ ਗੱਲ ਹੈ, ਕਲੀਅਰ ਹੋ ਗਈ? ਕੀ ਤੁਸੀਂ ਇਹਨਾਂ ਸੰਪੂਰਨ ਸੰਖਿਆਵਾਂ ਨੂੰ ਵੱਧਦੇ ਕ੍ਰਮ ਵਿੱਚ ਲਿਖ ਸਕਦੇ ਹੋ? ਵੱਧਦੇ ਕ੍ਰਮ ਦਾ ਮਤਲਬ ਕੀ ਹੁੰਦਾ ਹੈ? ਪਹਿਲਾਂ ਮੰਨ ਲਓ ਸਭ ਤੋਂ ਛੋਟਾ ਆਏਗਾ, ਫਿਰ ਉਹ ਤੋਂ ਵੱਡਾ ਆਏਗਾ, ਫਿਰ ਉਹ ਤੋਂ ਵੱਡਾ ਵਾਲਾ ਆਏਗਾ, ਫਿਰ ਉਹ ਤੋਂ ਵੱਡਾ ਆਏਗਾ। ਵੱਧਦਾ ਕ੍ਰਮ ਹੁੰਦਾ ਹੈ ਛੋਟੇ ਤੋਂ ਸਟਾਰਟ ਕਰਕੇ ਅਸੀਂ ਕਿਹਦੇ ਵੱਲ ਜਾਣਾ? ਵੱਡੇ ਵੱਲ ਜਾਣਾ। ਵੱਧਦਾ ਕ੍ਰਮ ਨੂੰ ਵਧਾਉਣਾ ਹੈ। ਕ੍ਰਮ ਮਤਲਬ ਆਰਡਰ ਮਤਲਬ ਕੋਈ ਚੀਜ਼ਾਂ ਸਹੀ ਤਰੀਕੇ ਨਾਲ ਰੱਖੋ। ਜਿਵੇਂ 1 ਤੋਂ ਬਾਅਦ 2 ਆਉਂਦਾ ਹੈ,
2 ਤੋਂ ਬਾਅਦ 3 ਹੈ ਨਾ, ਇਹਦੇ ਵਿੱਚ ਇੱਕ ਰੂਲ ਹੈ ਕਿ ਇੱਕ ਇੱਕ ਜਮ੍ਹਾਂ ਕਰਦੇ ਜਾਈਏ, ਤਾਂ ਕੁਝ ਕ੍ਰਮ ਹੈ ਇਹ, ਠੀਕ ਹੈ। ਤਾਂ ਵੱਧਦਾ ਕ੍ਰਮ ਤੁਹਾਡੇ ਕੋਲ ਕੀ ਹੈ, ਪਹਿਲਾਂ ਸਭ ਤੋਂ ਛੋਟਾ, ਫਿਰ ਵੱਡਾ, ਫਿਰ ਵੱਡਾ, ਫਿਰ ਵੱਡਾ, ਠੀਕ ਹੈ। ਜਿਵੇਂ ਕਲਾਸ ਹੈ, ਸਭ ਤੋਂ ਜਿਹਦੇ ਘੱਟ ਮਾਰਕਸ ਹੈ 0, ਕਿਸੇ ਦੇ 1 ਮਾਰਕਸ ਹੈ, ਕਿਸੇ ਦੇ 2 ਮਾਰਕਸ ਹੈ, ਕਿਸੇ ਦੇ 3 ਮਾਰਕਸ ਹੈ, ਕਿਸੇ ਦੇ 4 ਹੈ। ਇਹ ਕੀ ਮੇਰੇ ਕੋਲ ਵੱਧਦਾ ਕ੍ਰਮ ਹੈ, ਠੀਕ ਹੈ। ਉੱਪਰ ਵੱਲ ਨੂੰ ਜਾਣਾ, ਆਪਾਂ ਚੜ੍ਹਾਈ ਵੱਲ ਨੂੰ ਜਾਣਾ ਹੈ, ਇਹ ਵੀ ਕੀ ਆ ਵੱਧਦਾ ਕ੍ਰਮ ਆ। ਥੱਲੇ ਵੱਲ ਆਉਣਾ, ਉਹ ਕੀ ਸਾਡੇ ਕੋਲ ਘਟਦਾ ਕ੍ਰਮ ਹੈ। ਵੱਧਦਾ ਕ੍ਰਮ ਤੇ ਘਟਦਾ ਕ੍ਰਮ ਵੀ ਸ਼ਬਦ ਤੁਹਾਨੂੰ ਕਲੀਅਰ ਹੋ ਜਾਣਾ ਚਾਹੀਦਾ। ਦੇਖੋ ਨਿੱਕੇ ਨਿੱਕੇ ਸ਼ਬਦ, ਇਹ ਜਿਹੜੇ ਨਿੱਕੇ ਨਿੱਕੇ ਸ਼ਬਦ ਆ ਨਾ, ਇਹ ਜੇ ਤੁਸੀਂ ਸ਼ਬਦਾਂ ਦੇ ਮਤਲਬ ਨੂੰ ਕਲੀਅਰ ਕਰ ਲਿਆ, ਠੀਕ ਹੈ, ਤੇ ਸ਼ਬਦਾਂ ਤੋਂ ਹੀ ਕੀ ਬਣਦੇ ਨੇ, ਵਾਕ ਬਣਦੇ ਨੇ। ਤੇ ਜੇ ਸ਼ਬਦਾਂ ਦੇ ਮਤਲਬ ਕਲੀਅਰ ਨੇ ਤਾਂ ਹੀ ਵਾਕ ਦਾ ਮਤਲਬ ਕੱਢੇਗੇ ਨਾ। ਜੇ ਸ਼ਬਦਾਂ ਦੇ ਮਤਲਬ ਨਹੀਂ ਕਲੀਅਰ ਹੈਗੇ ਤਾਂ ਵਾਕ ਦਾ ਮਤਲਬ ਕਲੀਅਰ ਨਹੀਂ, ਤਾਂ ਤੁਹਾਨੂੰ ਲਾਈਨ ਜਿਹੜੀ ਹੈਗੀ ਆ ਲਿਖੀ ਹੈ ਇਹ ਸਮਝ ਹੀ ਨਹੀਂ ਆਣੀ ਕੀ ਲਿਖੀ ਆ। ਇਸ ਕਰਕੇ ਭਾਸ਼ਾ ਦਾ ਗਿਆਨ ਵੀ ਬਹੁਤ ਜ਼ਰੂਰੀ ਹੈ ਨਾਲ ਨਾਲ। ਜੇ ਤੁਸੀਂ ਮੈਥ ਕਰਦੇ ਪਏ ਹੋ, ਮੈਥ ਦੇ ਵਿੱਚ ਤਾਂ ਅਸੀਂ ਕਨਸੈਪਟ ਲਗਾ ਕੇ ਲੌਜਿਕ ਸੋਲਵ ਕਰਨੇ ਆ, ਪਰ ਮੈਥ ਨੂੰ ਵੀ ਤਾਂ ਭਾਸ਼ਾ ਦੀ ਲੋੜ ਪੈਣੀ ਹੋਈ ਹੈ ਨਾ। ਇਸ ਕਰਕੇ ਸਾਨੂੰ ਜਿਹੜੇ ਸ਼ਬਦ ਆ ਨਾ ਉਹਨਾਂ ਦੀ ਵੀ ਡਿਟੇਲ ਦੇ ਵਿੱਚ ਪਤਾ ਹੋਣਾ ਚਾਹੀਦੀ ਹੈ ਵੀ ਇਹ ਜਿਹੜਾ ਭਾਸ਼ਾ ਦਾ ਸ਼ਬਦ ਹੈ ਇਹਦਾ ਮੈਥ ਦੇ ਵਿੱਚ ਕੀ ਮਤਲਬ ਹੈ, ਠੀਕ ਹੈ, ਜਾਂ ਆਮ ਭਾਸ਼ਾ ਦੇ ਵਿੱਚ ਕੀ ਮਤਲਬ ਹੈ, ਜਾਂ ਪੰਜਾਬੀ ਦੇ ਵਿੱਚ ਲਿਟਰੇਚਰ ਆ ਜਿਵੇਂ ਨਾ ਸਾਹਿਤ ਦੇ ਵਿੱਚ ਕੀ ਮਤਲਬ ਹੈ। ਕਿਸੇ ਸ਼ਬਦ ਦੇ ਅਲੱਗ-ਅਲੱਗ ਮਤਲਬ ਹੋ ਸਕਦੇ ਆ। ਤਾਂ ਇੱਥੇ ਵੱਧਦਾ ਕ੍ਰਮ ਦਾ ਮਤਲਬ ਇਹ ਹੋ ਗਿਆ। ਕਹਿੰਦਾ ਇਹਨਾਂ ਸੰਖਿਆਵਾਂ ਦਾ ਵੱਧਦਾ ਕ੍ਰਮ ਹੈ। ਹੁਣ ਦੇਖੋ ਇਹਨਾਂ ਸੰਖਿਆਵਾਂ ਦਾ ਵੱਧਦਾ ਕ੍ਰਮ ਦੇਖਦੇ ਹਾਂ, ਮੈਂ ਕਲੀਅਰ ਕਰ ਦਿੰਦਾ ਇੱਕ ਵਾਰੀ ਸਾਰਾ ਕਲੀਅਰ ਕਰ ਲੈਣਾ। ਇਹਨਾਂ ਸੰਖਿਆਵਾਂ ਦਾ ਵੱਧਦਾ ਕ੍ਰਮ ਤੁਸੀਂ ਦੱਸ ਸਕਦੇ ਕੀ ਹੋ। ਜਦੋਂ ਇਹਨੇ ਲਿਖਿਆ ਨਾ ਇਹਨਾਂ ਦਾ ਵੱਧਦਾ ਕ੍ਰਮ ਕੀ ਹੈ, ਇਹਨੇ ਇੱਦਾਂ ਲਿਖਤਾ ਇਹਨਾਂ ਸੰਖਿਆਵਾਂ ਦਾ ਵੱਧਦਾ ਕ੍ਰਮ -5 -1 3 ਹੈ। ਤਾਂ ਇੰਨੀ ਗੱਲ ਸਮਝਣੀ ਆ ਵੀ 0 ਤੋਂ ਜੇ ਆਪਾਂ ਸੱਜੇ ਪਾਸੇ ਨੂੰ ਜਾਂਦੇ ਹਾਂ 1 ਤੋਂ ਵੱਡਾ ਹੁੰਦਾ 2, ਅਤੇ 2 ਤੋਂ ਵੱਡਾ ਕੀ ਹੁੰਦਾ ਹੈ 3। ਹੁਣ ਅਤੇ ਮਤਲਬ 3 ਤੋਂ ਛੋਟਾ ਕੌਣ ਹੈ 2, 2 ਤੋਂ ਛੋਟਾ ਕੌਣ ਹੈ 1, ਅਤੇ 1 ਤੋਂ ਛੋਟਾ ਕੌਣ ਹੈ 0, ਅਤੇ 0 ਤੋਂ ਛੋਟਾ ਕੌਣ ਹੈ -1, -1 ਤੋਂ ਛੋਟਾ ਕੌਣ ਆ -2। ਇੰਨੀ ਗੱਲ ਕਲੀਅਰ ਹੋ ਗਈ। ਅਤੇ ਇਹਦੇ ਵਿੱਚ ਕੀ ਆ, ਇਹ ਛੋਟੇ ਨੇ। ਜੇ ਮੈਂ ਕਹਾਂ -3 ਛੋਟਾ ਕਿ -2 ਛੋਟਾ, ਇਹਨਾਂ ਦੋਨਾਂ 'ਚ ਕੌਣ ਛੋਟਾ ਤੁਸੀਂ ਅੱਛਾ 2 ਅਤੇ 3 ਦੇ ਵਿੱਚ ਤਾਂ ਮੈਨੂੰ ਦੱਸ ਸਕਦੇ ਹੋ ਕੌਣ ਛੋਟਾ ਹੈ। 2 ਛੋਟਾ ਹੈ ਕਿਉਂਕਿ 2 ਕੀ ਆ ਰਿਹਾ ਹੈ ਪਹਿਲਾਂ ਆ ਰਿਹਾ ਹੈ, ਠੀਕ ਹੈ। ਮਤਲਬ ਜਿਹੜੀ ਸੰਖਿਆ ਛੋਟੀ ਹੈ ਉਹ ਛੋਟਾ ਬਣ ਗਿਆ, 2 ਛੋਟਾ ਹੁੰਦਾ ਹੈ 3 ਦੇ ਨਾਲੋਂ, ਕਲੀਅਰ ਹੈ। ਹੁਣ ਮੈਂ ਪੁੱਛਦਾ ਪਿਆ -1 ਛੋਟਾ ਕਿ -2 ਛੋਟਾ, ਕਿਹੜਾ ਜ਼ਿਆਦਾ ਛੋਟਾ। ਇਹਦੇ ਵਿੱਚ -2 ਜ਼ਿਆਦਾ ਛੋਟਾ ਹੈ -1 ਦੇ ਨਾਲੋਂ। ਇਹਦਾ ਮਤਲਬ ਕੀ ਹੈ -2 ਇਜ਼ ਲੈਸ ਦੈਨ -1, ਠੀਕ ਹੈ। ਇੱਧਰ ਨੂੰ ਜਿੱਧਰ ਨੂੰ ਆਪਾਂ ਜਾਵਾਂਗੇ ਨਾ, ਜਦੋਂ ਆਪਾਂ ਖੱਬੇ ਪਾਸੇ ਜਾਂਦੇ ਜਾਵਾਂਗੇ ਉਹ ਸੰਖਿਆਵਾਂ ਹੋਰ ਛੋਟੀਆਂ ਹੁੰਦੀਆਂ ਜਾਣਗੀਆਂ ਸੱਜੇ ਪਾਸੇ ਦੇ ਕੰਪੇਅਰ ਕਰਨ ਦੇ ਉੱਤੇ, ਠੀਕ ਹੈ, ਉਹਦੇ ਹਿਸਾਬ ਨਾਲ ਦੇਖਣ ਦੇ ਉੱਤੇ। ਤਾਂ ਇੱਧਰ ਨੂੰ ਸੰਖਿਆਵਾਂ ਵੱਡੀਆਂ ਹੁੰਦੀਆਂ ਨੇ, ਇੱਧਰ ਨੂੰ ਸੰਖਿਆਵਾਂ ਛੋਟੀਆਂ ਹੋ ਜਾਂਦੀਆਂ ਨੇ। ਇਹ ਨਿੱਕੇ ਨਿੱਕੇ ਗੱਲਾਂ ਜੇ ਤੁਸੀਂ ਸਮਝੇਗੇ ਨਾ, ਕਲੀਅਰ ਕਰ ਲੈਂਗੇ, ਤੁਹਾਡਾ ਮੈਥ ਸਾਰਾ ਕਲੀਅਰ ਹੋ ਜਾਣਾ ਹੈ। ਤੁਹਾਨੂੰ ਵੱਡੀਆਂ ਕਲਾਸਿਸ ਜਾ ਕੇ ਛੋਟੀ ਕਲਾਸਿਸ ਜਾ ਕੇ ਪ੍ਰੋਬਲਮ ਨਹੀਂ ਆਣੀ ਹੈਗੀ। ਆਪਣੇ ਆਪ ਹੀ ਰੇਖਾ ਬਣਾ ਕੇ ਆਪਣੇ ਆਪ ਹੀ ਸੋਚ ਕੇ ਦੇਖੋ, ਇੱਕ ਰੇਖਾ ਬਣਾ ਲਈ ਆਪ ਹੀ, ਕੋਈ ਆਪ ਸਵਾਲ ਲੈ ਲਓ, ਇੱਥੇ ਲੈ ਲਿਆ 0, ਇੱਥੇ ਲੈ ਲਿਆ -1। ਅੱਛਾ 0 ਛੋਟਾ ਕਿ -1 ਛੋਟਾ, ਜ਼ਿਆਦਾ ਛੋਟਾ ਕੌਣ? ਅੱਛਾ 0 ਛੋਟਾ ਕਿ 1 ਛੋਟਾ? 0 ਛੋਟਾ ਕਿਉਂਕਿ 0 ਕੁਛ ਹੈ ਹੀ ਨਹੀਂ। 1 ਛੋਟਾ ਕਿ 2 ਛੋਟਾ? 1 ਛੋਟਾ, ਕਿਉਂਕਿ ਸਾਨੂੰ ਪਤਾ 1 ਜਮ੍ਹਾਂ 1 ਕਰਕੇ 2 ਆਇਆ ਸੀ, 1 ਦੇ ਵਿੱਚ 1 ਪਾਇਆ ਸੀ, 1 ਜੇ ਵਧਾਇਆ ਸੀ ਤਾਂ ਹੀ 2 ਆਇਆ ਸੀ। ਤਾਂ ਜੇ ਵਧਾਉਣ ਦੇ ਕਰਕੇ ਚੀਜ਼ ਕੀ ਹੋਏਗੀ, ਵੱਡੀ ਹੋਏਗੀ ਨਾ, ਤਾਂ 2 ਵੱਡਾ ਹੋਇਆ। ਅਤੇ ਜੇ 1 ਦੇ ਵਿੱਚੋਂ 2 ਦੇ ਵਿੱਚੋਂ 1 ਘਟਾ ਲਿਆ ਤਾਂ ਮੇਰੇ ਕੋਲ ਕੀ ਬਚ ਗਿਆ 1, ਤਾਂ 1 ਛੋਟਾ ਹੋ ਗਿਆ। ਅਤੇ 1 ਦੇ ਵਿੱਚੋਂ 1 ਵੀ ਘਟਾ ਲਿਆ, ਫਿਰ ਮੇਰੇ ਕੋਲ ਕੀ ਬਚ ਗਿਆ 0। ਅਤੇ 0 ਦੇ ਵਿੱਚੋਂ -1 ਵੀ ਘਟਾ ਲਿਆ, ਫਿਰ ਕੀ ਬਣ ਗਿਆ -1। 0 ਦੇ ਵਿੱਚ -1 ਕਿੱਦਾਂ ਘਟਾ ਲਿਆ, ਠੀਕ ਹੈ। ਇਹ ਆਪਾਂ ਬਾਅਦ ਚੋਂ ਡਿਟੇਲ ਸਮਝਾਂਗੇ ਵੀ ਕਿਸ ਤਰੀਕੇ ਨਾਲ ਹੈ, ਪਰ ਤੁਹਾਨੂੰ ਇਹ ਚੀਜ਼ ਸਮਝ ਆ ਜਾਣੀ ਚਾਹੀਦੀ ਹੈ। ਤੁਹਾਨੂੰ ਲੱਗਦਾ ਨਾ ਵੀ ਇੱਥੇ ਬਹੁਤ ਟਾਈਮ ਵੇਸਟ ਕੀਤਾ ਜਾ ਰਿਹਾ, ਛੋਟੇ ਛੋਟੀਆਂ ਗੱਲਾਂ ਨੇ, ਪਰ ਕਈ ਬੱਚੇ 10th ਤੱਕ ਚਲੇ ਜਾਂਦੇ ਨੇ, ਉਹਨਾਂ ਦੀ ਮੈਨੂੰ ਕਮੈਂਟਸ 'ਚ ਪੁੱਛਦੇ ਨੇ, ਸਰ ਮੈਨੂੰ ਮੈਥ ਨਹੀਂ ਆਉਂਦਾ, ਮੈਨੂੰ ਚੀਜ਼ ਇਹ ਨਹੀਂ ਆਉਂਦਾ, ਮੈਂ ਕੀ ਕਰਾਂ, ਠੀਕ ਹੈ। ਤੁਸੀਂ YouTube 'ਤੇ ਵੀਡੀਓ ਬਹੁਤ ਦੇਖਦੇ ਹੁੰਦੇ ਹੋ, ਕੁਛ ਅੱਛੇ ਚੈਨਲ ਵੀ ਨੇ, ਕੁਛ ਨਕਲੀ ਚੈਨਲ ਵੀ ਨੇ, ਜਿਨ੍ਹਾਂ ਨੂੰ ਸਿਰਫ ਆਪਣੇ ਲਾਈਕਸ ਚੀਜ਼ਾਂ ਚਾਹੀਦੀਆਂ ਨੇ। ਉਹ ਕਹਿੰਦੇ ਨੇ ਵੀ 15 ਮਿੰਟ में मैथ सीखें, ठीक है, 3 घंटों में 90% मार्क्स लें, ठीक है। ये सब गप्पोड़ियाँ गल्लां ने, इदा कुछ नहीं होंदा। तुहानूं प्रैक्टिस चाहिए, प्रैक्टिस मेक्स अ मैन परफेक्ट, ठीक है। सब प्रैक्टिस तो बिना तुहाडे कोल कुछ नहीं होना। जिहड़ी चीज़ रोज़ाना करते जाने हो, तुसीं खुद जस्ट सोच के देखो, तुहानूं अपने स्कूल की प्रेयर याद है? क्यों याद है? क्योंकि तुसीं रोज़ रिवाइज़ करते हो, उहनूं याद है ना, करते हो जाके। तुहानूं कोई तुसीं पाठ करते हो, है ना, कोई चीज़ करते हो, ਜਿਹੜੇ ਤੁਸੀਂ ਕੋਈ ਗਾਣੇ ਸੁਣਦੇ ਹੋ, ਸਿੱਧੂ ਮੂਸੇਵਾਲੇ ਦੇ ਵੀ ਗਾਣੇ ਸੁਣਦੇ ਹੋ, ਤੁਹਾਨੂੰ ਕਿਉਂ ਯਾਦ ਨਹੀਂ? ਤੁਸੀਂ ਗਾਉਂਦੇ ਰਹਿੰਦੇ ਹੋ, ਗੁਣਗੁਣਾਉਂਦੇ ਰਹਿੰਦੇ ਹੋ। ਪਰ ਕਿਤਾਬ ਬੁੱਕ ਤੁਸੀਂ 2 ਘੰਟੇ ਪੜ੍ਹੇ, 2 ਘੰਟੇ ਵੀ ਚਲੋ ਜ਼ਿਆਦਾ ਹੋ ਗਏ ਹੋਣੇ ਸ਼ਾਇਦ, ਜਾਂ ਕੁਛ ਬੱਚੇ 12 ਘੰਟੇ ਵੀ ਪੜ੍ਹਨ ਵਾਲੇ ਹੋਣਗੇ, ਇੱਦਾਂ ਦੀ ਕੋਈ ਗੱਲ ਨਹੀਂ। ਪਰ 2 ਘੰਟੇ ਪੜ੍ਹੇ, 2 ਘੰਟੇ ਬਾਅਦ ਤੁਹਾਡਾ ਮੂਡ ਆਫ ਹੋ ਗਿਆ, ਛੱਡੋ। ਉਸ ਤੋਂ ਬਾਅਦ ਮੁੜ ਕੇ ਤੋਂ ਪੂਰਾ ਕੱਟ ਆਫ ਕਰਕੇ ਤੁਸੀਂ ਨੋਰਮਲ ਲਾਈਫ ਦੇ ਆਪਣੇ ਦਿਨਚਰਿਆ ਦੇ ਵਿੱਚ ਆ ਜਾਂਦੇ ਹੋ, ਇਹਨੂੰ ਭੁੱਲ ਹੀ ਜਾਂਦੇ ਹੋ। ਪਰ ਗਾਣੇ ਤੁਹਾਡੀ ਦਿਨਚਰਿਆ ਦੇ ਨਾਲ ਵੀ ਚੱਲਦੇ ਰਹਿੰਦੇ ਆ, ਖਾਣਾ ਖਾਂਦੇ ਹੋ ਤਾਂ ਵੀ ਗਾਉਂਦੇ ਰਹਿੰਦੇ ਹੋ, ਠੀਕ ਹੈ। ਇਸ ਕਰਕੇ ਰਿਵਾਈਜ਼ ਨਹੀਂ ਕਰਦੇ ਚੀਜ਼ਾਂ। ਇਸ ਕਰਕੇ ਇੱਦਾਂ ਦਾ ਕੋਈ ਰੂਲ ਨਹੀਂ ਹੈਗਾ 15 ਮਿੰਟ ਦੇ ਵਿੱਚ ਮੈਥ ਕਲੀਅਰ ਕਰ ਲਓ, 15 ਮਿੰਟ ਦੇ ਵਿੱਚ 90% ਮਾਰਕਸ ਲੈ ਲਓ। ਤੁਹਾਨੂੰ ਮਿਹਨਤ ਕਰਨੀ ਹੀ ਪੈਣੀ ਹੈ, ਹਾਰਡ ਵਰਕ ਕਰਨਾ ਹੀ ਪੈਣਾ ਹੈ। ਜਿਹੜੀ ਚੀਜ਼ ਨੂੰ ਜਾਣਿਆ ਨਹੀਂ,
ਜਿਹੜੀ ਚੀਜ਼ ਰਿਵੀਜ਼ਨ ਨਹੀਂ ਕੀਤੀ ਉਹ ਨਹੀਂ ਆ ਸਕਦੀ ਹੈਗੀ। ਹਾਂ ਕੁਝ ਟ੍ਰਿਕਸ ਹੁੰਦੀਆਂ ਨੇ ਜਦੋਂ ਤੁਸੀਂ ਪਰਫੈਕਟ ਹੋ ਜਾਂਦੇ ਹੋ, ਕੁਝ ਟ੍ਰਿਕਸ ਹੁੰਦੀਆਂ ਨੇ ਜਿਹਨਾਂ ਤੁਸੀਂ ਆਪਣੇ ਆਪ ਨੂੰ ਜ਼ਿਆਦਾ ਇੰਪਰੂਵ ਕਰ ਸਕਦੇ ਹੋ ਐਜ਼ ਕੰਪੇਅਰ ਦੂਜੇ ਦੇ ਨਾਲੋਂ, ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ, ਠੀਕ ਹੈ ਜੀ। ਤਾਂ ਹੇਠਾਂ ਦਿੱਤੀ ਸੰਖਿਆਵਾਂ ਤੇ ਦਰਸਾਈਆਂ ਸੰਪੂਰਨ ਸੰਖਿਆਵਾਂ ਨੂੰ ਘਟਦੇ ਕ੍ਰਮ ਵਿੱਚ ਲਿਖੋ। ਹੁਣ ਘਟਦਾ ਕ੍ਰਮ ਲਿਖਣਾ ਇਹਨਾਂ ਨੂੰ, ਕੁਐਸਚਨ ਆ ਦਿੱਤਾ ਮੇਰੇ ਕੋਲ -16 -9 -4 0 3 8 14, ਅਤੇ ਜਿਹਦਾ ਕ੍ਰਮ ਘਟਦੇ ਕ੍ਰਮ ਵਿੱਚ ਲਿਖਣਾ। ਜੇ ਘਟਦੇ ਕ੍ਰਮ 'ਚ ਲਿਖਣਾ ਤਾਂ ਸਭ ਤੋਂ ਪਹਿਲਾਂ ਕੀ ਲਿਖਣੀ ਪੈਣੀ ਆ, ਉਹਨਾਂ ਦਾ ਕ੍ਰਮ ਘਟਾਉਣਾ ਹੈ, ਥੱਲੇ ਵੱਲ ਲੈ ਕੇ ਜਾਣਾ, ਤਾਂ ਸਭ ਤੋਂ ਪਹਿਲਾਂ ਕੀ ਲਿਖਣੀ ਪੈਣੂ ਵੱਡੀ 14, 14 ਤੋਂ ਬਾਅਦ ਕੌਣ ਹੈਗਾ 8, 8 ਤੋਂ ਬਾਅਦ ਕੌਣ ਹੈਗਾ 3, 3 ਤੋਂ ਬਾਅਦ ਕੌਣ ਹੈਗਾ 0, 0 ਤੋਂ ਛੋਟਾ ਕੌਣ ਹੁੰਦਾ ਹੈ -4, -4 ਤੋਂ ਛੋਟਾ ਕੌਣ ਹੈ -9, -9 ਤੋਂ ਛੋਟਾ ਕੌਣ ਹੈ -16। ਇੱਕ ਥੋੜ੍ਹੀ ਕਨਫਿਊਜ਼ਨ ਜਿਹੜੀ ਕ੍ਰੀਏਟ ਹੁੰਦੀ ਹੈ ਉਹਨੂੰ ਆਪਾਂ ਸਮਝ ਲਈਏ, 2 ਤੋਂ 3 ਦੇ ਵਿੱਚੋਂ ਕੌਣ ਛੋਟਾ, 2 ਛੋਟਾ, ਪਰ -2 ਤੋਂ -3 ਦੇ ਵਿੱਚ ਕੌਣ ਛੋਟਾ, -3 ਛੋਟਾ। ਤਾਂ ਇੱਕ ਚੀਜ਼ ਯਾਦ ਰੱਖਣੀ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਜਦੋਂ ਤੱਕ ਸੰਖਿਆਵਾਂ ਧਨਾਤਮਕ ਨੇ ਮਤਲਬ ਪੋਜ਼ਿਟਿਵ ਨੇ ਸੰਖਿਆਵਾਂ, ਉਦੋਂ ਜਿਹੜਾ ਛੋਟੀ ਸੰਖਿਆ ਜਿਹਦੀ ਗਿਣਤੀ ਛੋਟੀ ਹੈ ਨਾ ਗਿਣਨ ਦੇ ਵਿੱਚ, ਜਿਵੇਂ 2 ਪਹਿਲਾਂ ਆਇਆ 3 ਬਾਅਦ 'ਚ ਹੋਇਆ, ਉਹ ਛੋਟਾ, ਪਰ ਜਦੋਂ ਸੰਖਿਆ ਰਿਣਾਤਮਕ ਨੇ ਪੁੱਠਾ, ਇੱਥੇ ਕੰਸੈਪਟ ਪੁੱਠਾ ਹੋ ਜਾਂਦਾ, -2 ਛੋਟਾ ਹੈ -2 ਛੋਟਾ ਹੈ ਕਿ -3 ਛੋਟਾ ਹੈ, ਤਾਂ ਇੱਥੇ -3 ਛੋਟਾ ਹੈ -2 ਦੇ ਨਾਲੋਂ। ਦੇਖਣ ਨੂੰ ਸੰਖਿਆ ਇਹ ਵੱਡੀ ਲੱਗਦੀ ਹੈ, ਪਰ ਕਦੋਂ ਵੱਡੀ ਹੈ ਇਹ ਸੰਖਿਆ, ਜਦੋਂ ਅਸੀਂ ਧਨਾਤਮਕ ਗੱਲ ਕਰਦੇ ਹਾਂ, ਰਿਣਾਤਮਕ ਦੇ ਵਿੱਚ -3 ਜ਼ਿਆਦਾ ਛੋਟਾ ਹੈ -2 ਦੇ ਨਾਲੋਂ, ਠੀਕ ਹੈ। ਕਿਵੇਂ ਇੱਦਾਂ ਕਿਉਂ, ਤੁਹਾਡੇ ਤੋਂ 2 ਰੁਪਏ ਗੁੰਮ ਹੋ ਗਏ ਅਤੇ ਮੇਰੇ ਕੋਲੋਂ 3 ਰੁਪਏ ਗੁੰਮ ਹੋ ਗਏ, ਤਾਂ ਜ਼ਿਆਦਾ ਨੁਕਸਾਨ ਕਿਹਦਾ ਹੋਇਆ, ਜ਼ਿਆਦਾ ਨੁਕਸਾਨ ਕਿਹਦਾ ਹੋਇਆ, ਮੇਰਾ ਨੁਕਸਾਨ ਹੋਇਆ ਜ਼ਿਆਦਾ, ਠੀਕ ਹੈ। ਸਮਝਣ ਦੀ ਕੋਸ਼ਿਸ਼ ਕਰੋ, ਮੇਰਾ ਜ਼ਿਆਦਾ ਨੁਕਸਾਨ ਹੋਇਆ ਅਤੇ ਤੁਹਾਡਾ ਕੀ ਹੋਇਆ ਘੱਟ ਨੁਕਸਾਨ, ਅਤੇ ਜੇ ਤੁਹਾਡਾ ਘੱਟ ਨੁਕਸਾਨ ਹੋਇਆ ਮਤਲਬ ਤੁਹਾਡਾ ਛੋਟਾ ਨੁਕਸਾਨ ਹੋਇਆ, ਮੇਰਾ ਕੀ ਹੋਇਆ ਵੱਡਾ ਨੁਕਸਾਨ ਹੋਇਆ। ਕਲੀਅਰ ਚੀਜ਼, ਇਹ ਚੀਜ਼ ਹੈ। ਪਰ ਜਦੋਂ ਮੈਂ ਆਪਣੀ ਕਾਪੀ ਦੇ ਵਿੱਚ ਨੋਟ ਕਰਨਾ, ਤੁਸੀਂ ਮੈਂ ਹੈਗਾ -2 'ਚ, ਤੁਸੀਂ ਕੀ ਹੈਗੇ ਹੋ -3 ਦੇ ਵਿੱਚ, ਕਲੀਅਰ ਚੀਜ਼। ਤਾਂ ਤੁਸੀਂ ਕੀ -2 ਦੇ ਵਿੱਚ, ਤਾਂ ਇੱਥੇ ਜ਼ਿਆਦਾ ਨੁਕਸਾਨ ਕਿਹਦਾ ਹੈ -3 ਵਾਲੇ ਦਾ, ਤਾਂ ਇੱਥੇ -3 ਜ਼ਿਆਦਾ ਵੱਡਾ ਹੈ -2 ਦੇ ਨਾਲੋਂ, ਜ਼ਿਆਦਾ ਨੁਕਸਾਨ, ਠੀਕ ਹੈ। -3 ਜ਼ਿਆਦਾ ਵੱਡਾ ਹੋ ਗਿਆ, ਠੀਕ ਹੈ ਜੀ। ਇਸ ਕਰਕੇ ਜਿਹੜਾ -3 ਹੈ ਉਹ ਕੀ ਹੋ ਗਿਆ ਤੁਹਾਡੇ ਕੋਲ ਛੋਟਾ, ਅਤੇ -2 ਤੁਹਾਡੇ ਕੋਲ ਕੀ ਹੋ ਗਿਆ ਵੱਡਾ। ਅੱਗੇ ਦੇਖਦੇ ਹਾਂ, ਕਹਿੰਦੇ ਇਹਨਾਂ ਸੰਪੂਰਨ ਸੰਖਿਆਵਾਂ ਦਾ ਘਟਦਾ ਕ੍ਰਮ 14 8 3 ਜੋ ਆਪਾਂ ਲਿਖਿਆ ਹੈ। ਉੱਪਰ ਦਿੱਤੀ ਸੰਖਿਆ ਰੇਖਾ 'ਤੇ ਸਿਰਫ ਕੁਝ ਹੀ ਸੰਪੂਰਨ ਸੰਖਿਆਵਾਂ ਲਿਖੀਆਂ ਹਨ, ਹਰੇਕ ਬਿੰਦੂ 'ਤੇ ਠੀਕ ਸੰਪੂਰਨ ਸੰਖਿਆ ਲਿਖੋ, ਠੀਕ ਹੈ। ਸੰਪੂਰਨ ਸੰਖਿਆਵਾਂ ਨੂੰ ਦਰਸਾਉਂਦੀ ਹੋਈ ਇੱਕ ਸੰਖਿਆ ਰੇਖਾ ਹੇਠ ਦਿੱਤੀ ਗਈ ਹੈ, ਇਹਦੇ ਉੱਤੇ ਦੇਖੋ ਹੈਗੀ ਇਹ ਸੰਖਿਆ ਰੇਖਾ ਹੈ, ਹੈਗੀ ਇਹ ਸੰਖਿਆ ਰੇਖਾ ਹੈ, ਬੜੇ ਤੁਸੀਂ ਕੀ ਲਿਖੇ ਨੇ ਅਲਫਾਬੈਟਸ ਲਿਖ ਲਏ ਨੇ ABCDEFGHIJKLMNO ਤੱਕ, ਅਤੇ ਇਹਦੇ ਥੱਲੇ ਕੀ ਲਿਖਤਾ -3 ਅਤੇ -2। ਕਹਿੰਦਾ -3 ਅਤੇ -2 ਕ੍ਰਮ ਵਾਰ ਬਿੰਦੂ E ਅਤੇ F 'ਤੇ ਦਰਸਾਇਆ ਗਿਆ ਹੈ। BDHJM ਅਤੇ O 'ਤੇ ਕਿਹੜੀ ਸੰਪੂਰਨ ਸੰਖਿਆਵਾਂ ਦਰਸਾਈਆਂ ਜਾਣਗੀਆਂ, ਠੀਕ ਹੈ। ਤਾਂ ਉਹਨਾਂ ਨੂੰ ਸ਼ੁਰੂ ਕਿੱਦਾਂ ਕਰਨਾ ਅਤੇ ਖਤਮ ਕਿੱਦਾਂ ਕਰਨਾ। E ਅਤੇ F 'ਤੇ ਦੇਖੋ ਕਿੰਨਾ ਹੈ -3 -2, ਉਹਨੇ ਸਾਡੇ ਤੋਂ B 'ਤੇ ਪੁੱਛਿਆ ਨਾ, ਤਾਂ B 'ਤੇ ਜਾਣ ਲਈ ਸਾਡੇ ਕੋਲ ਕੀ ਕਰਨਾ ਪੈਣਾ, ਜਿੱਥੇ -3 ਸੀਗੇ ਇੱਥੇ ਕੀ ਆ ਜਾਏਗਾ -4, ਇੱਥੇ ਕੀ ਆ ਜਾਏਗਾ -5, ਇੱਥੇ ਕੀ ਆ ਜਾਏਗਾ -6, ਤਾਂ B 'ਤੇ ਕਿੰਨਾ ਆ ਜਾਏਗਾ -6, ਲੱਭ ਗਿਆ ਆਂਸਰ। D 'ਤੇ ਕਿੰਨਾ ਆ ਜਾਏਗਾ -4, ਲੱਭ ਗਿਆ ਆਂਸਰ। H 'ਤੇ ਕਿੰਨਾ ਆ ਜਾਏਗਾ, ਜਦੋਂ ਆਪਾਂ H 'ਤੇ ਜਾਣਾ ਇੱਥੇ ਸਾਨੂੰ ਕੀ ਕਰਨਾ ਪੈਣਾ -1, H 'ਤੇ ਕੀ ਕਰਨੀ ਪੈਣੀ ਹੈ 0, ਠੀਕ ਹੈ। ਇੱਧਰ ਕਿਉਂਕਿ ਇਹ ਕਿੱਦਾਂ ਆਂਸਰ ਲੱਭਦੇ ਪਏ ਆ, ਇੱਧਰ ਨੂੰ ਅਸੀਂ ਵਧਾਉਂਦੇ ਹਾਂ ਸੱਜੇ ਪਾਸੇ, ਤਾਂ ਖੱਬੇ ਪਾਸੇ ਕੀ ਕਰਦੇ ਹਾਂ ਘਟਾਉਂਦੇ ਹਾਂ। ਲਿਖ ਲਿਆ, ਇੱਥੇ 1 ਲਿਖ ਲਿਆ, 2 3 4 5 6 7 ਇੱਦਾਂ ਵਧਾ ਲਿਆ। ਹੁਣ J 'ਤੇ ਕਿੰਨੀ ਵੈਲਿਊ ਆ ਜਾਏਗੀ, J 'ਤੇ ਵੈਲਿਊ ਹੋਗੀ 2, M 'ਤੇ ਕਿੰਨੀ ਵੈਲਿਊ ਆ ਜਾਏਗੀ, M 'ਤੇ ਵੈਲਿਊ ਹੋਗੀ 5, O 'ਤੇ ਕਿੰਨੀ ਵੈਲਿਊ ਆ ਜਾਏਗੀ, O 'ਤੇ 7। ਇਹਦੇ ਕਿਹੜੀਆਂ ਸੰਪੂਰਨ ਸੰਖਿਆਵਾਂ ਦਰਸਾਈਆਂ ਜਾਣਗੀਆਂ ਇਹ ਆਪਾਂ ਦੱਸਤਾ ਨਾ। ਹੁਣ ਕੁਐਸਚਨ ਦੂਸਰਾ ਗਿਆ, ਸੰਪੂਰਨ ਸੰਖਿਆਵਾਂ 7 -5 4 0 ਅਤੇ -4 ਨੂੰ ਵੱਧਦੇ ਕ੍ਰਮ ਵਿੱਚ ਲਿਖੋ ਅਤੇ ਆਪਣੇ ਉੱਤਰ ਦੀ ਪੜਤਾਲ ਕਰਨ ਲਈ ਇਹਨਾਂ ਨੂੰ ਸੰਖਿਆ ਰੇਖਾ 'ਤੇ ਦਰਸਾਓ। ਸੰਪੂਰਨ ਸੰਖਿਆਵਾਂ ਦੇ ਵਿੱਚ ਵੱਧਦੇ ਕ੍ਰਮ 'ਚ ਲਿਖਣੀਆਂ, ਤਾਂ ਪਹਿਲੇ ਜੇ ਤੁਹਾਨੂੰ ਬੜੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ, ਸਭ ਤੋਂ ਪਹਿਲਾਂ 0 ਤੋਂ ਸ਼ੁਰੂ ਕਰ ਲਓ। ਵੱਧਦਾ ਕ੍ਰਮ ਇੱਧਰ ਨੂੰ ਕ੍ਰਮ ਵਧਾਉਣਾ ਹੈ ਨਾ, ਤਾਂ ਇੱਧਰ ਨੂੰ ਵਧਾਉਣਾ ਤਾਂ 0 ਆ, ਤਾਂ ਦੇਖੋ ਇਹਦੇ 'ਚ ਕੋਈ ਪੋਜ਼ੀਟਿਵ ਨੰਬਰ ਹੈਗਾ ਹੈ, ਤਾਂ ਪਹਿਲਾਂ ਇੱਥੇ 1 2 3 4 ਆ 4 ਆ ਗਿਆ ਮੇਰੇ ਕੋਲ। ਹੁਣ ਵੱਧਦੇ ਕ੍ਰਮ ਲਿਖਣੇ ਸੀਗੇ ਛੋਟੀ ਹੈ ਨਾ। ਹੁਣ ਪਹਿਲਾਂ ਜੇ ਇਹਨੂੰ ਸਿੱਧਾ ਸੰਖਿਆ ਰੇਖਾ 'ਤੇ ਨਹੀਂ ਦਰਸਾਉਣਾ, ਪਹਿਲਾਂ ਇੱਦਾਂ ਸੋਚ ਲਓ, ਪਹਿਲਾਂ ਇੱਦਾਂ ਸੋਚੋ -4 ਜਾਂ ਹੁਣ ਤੁਹਾਡੇ ਕੋਲ ਗਿਵਨ ਹੈ ਦੇਖੋ 7 -5 4 0 ਅਤੇ -4। ਓਬਵੀਅਸਲੀ ਗੱਲ ਹੈ ਜਿਹੜਾ 4 ਹੈ ਉਹ ਤਾਂ ਸੈਂਟਰ 'ਤੇ ਆ ਜਾਊਗਾ, ਇੱਥੇ ਜਿਹੜਾ 0 ਇੱਥੇ ਸੈਂਟਰ 'ਤੇ ਆ ਜਾਊਗਾ, ਇੱਥੋਂ ਆਪਾਂ ਸ਼ੁਰੂ ਕਰਤੀ ਕਾਊਂਟਿੰਗ। 4 ਵੱਧਦੇ ਕ੍ਰਮ 'ਚ ਪੋਜ਼ਿਟਿਵ 'ਚ ਚਲਾ ਗਿਆ। ਹੁਣ -1 -2 -3 -4, ਪਹਿਲਾਂ ਕੀ ਆ ਜਾਏਗਾ -4, ਫਿਰ ਤੁਹਾਡੇ ਕੋਲ ਕੀ ਆ ਜਾਏਗਾ -5, ਪਹਿਲਾਂ ਸੰਖਿਆ ਰੇਖਾ 'ਤੇ ਬਣਾ ਲਓ ਪ੍ਰੋਪਰ, ਫਿਰ ਤੁਹਾਡੇ ਕੋਲ ਕੀ ਆ ਜਾਏਗਾ 7 ਹੈ ਨਾ, 5 4 5 6 7। ਕ੍ਰਮ ਵਧਾਉਣਾ ਹੈ, -4 ਛੋਟਾ ਹੈ ਕਿ -5 ਜ਼ਿਆਦਾ ਛੋਟਾ ਹੈ,
कौन ज़्यादा छोटा है, वड्डी संख्या वाला ज़्यादा छोटा सीगा, आप यही समझ के आए हैं। तो पहला -5 आ गया, फिर तुहाडे कोल क्या गया, पहला -5 आ गया, फिर तुहाडे कोल क्या गया -4, फिर तुहाडे कोल क्या गया 0, फिर क्या गया 4, फिर क्या गया 7। ठीक है, ये क्रम तुसीं की करता है, ਵਧਾਤਾ है कि -5 ਤੋਂ ਵੱਡਾ कौन ਹੁੰਦਾ, -4, 4 ਤੋਂ ਵੱਡਾ कौन ਹੁੰਦਾ 0, 0 ਤੋਂ ਵੱਡਾ कौन ਹੁੰਦਾ है 4, 4 ਤੋਂ ਵੱਡਾ कौन ਹੁੰਦਾ 7। ਇਸ ਕਰਕੇ क्रम ਇਹਦਾ ਕੀ ਹੁੰਦਾ ਪਿਆ, ਵੱਧਦਾ ਪਿਆ। ਤੁਹਾਨੂੰ ਇਹ क्रम ਮੈਨੂੰ ਲੱਗਦਾ ਸਮਝ ਆ ਗਿਆ ਹੋਣਾ ਵੀ क्रम ਨੂੰ ਕਿੱਦਾਂ ਵਧਾਇਆ ਜਾ ਰਿਹਾ ਹੈ। ਠੀਕ ਹੈ ਜੀ, ਤਾਂ ਮੈਥ ਨੂੰ ਪਲੀਜ਼ ਸਮਝੋ ਤੇ ਮੈਕਸਿਮਮ ਸਮਝੋ, ਜਿੰਨਾ ਮੈਥ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਅਲੱਗ-ਅਲੱਗ ਸਿਚੁਏਸ਼ਨ 'ਚ ਰੱਖ ਕੇ ਤੁਹਾਨੂੰ ਇਹ ਕਲੀਅਰ ਹੋ ਜਾਏਗਾ ਸਾਰਾ, ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਇਹਦੇ ਵਿੱਚ। ਹੁਣ ਅੱਗੇ ਕਹਿੰਦਾ ਅਸੀਂ ਆਪਣੀ ਪਿਛਲੀ ਜਮਾਤ ਵਿੱਚ ਸੰਪੂਰਨ ਸੰਖਿਆਵਾਂ ਦੇ ਜੋੜ ਅਤੇ ਘਟਾਓ ਦਾ ਅਧਿਐਨ ਕਰ ਚੁੱਕੇ ਹਾਂ। ਠੀਕ ਹੈ ਜੀ, ਹੇਠਾਂ ਲਿਖੇ ਕਥਨਾਂ ਨੂੰ ਪੜ੍ਹੋ ਅਤੇ ਸੰਖਿਆ ਰੇਖਾ 'ਤੇ ਜਦੋਂ ਅਸੀਂ ਇੱਕ ਧਨਾਤਮਕ ਸੰਪੂਰਨ ਸੰਖਿਆ ਨੂੰ ਜੋੜਦੇ ਹਾਂ ਤਾਂ ਸੱਜੇ ਪਾਸੇ ਜਾਂਦੇ ਹਾਂ। ਬਹੁਤ ਇੰਪੋਰਟੈਂਟ ਲਾਈਨ ਆ, ਜਦੋਂ ਕਿਸੇ ਨੂੰ ਜੋੜਨਾ ਹੈ ਆ ਰਹੀ ਸੰਪੂਰਨ ਸੰਖਿਆ ਬਣਾ ਲਈ, ਇੱਧਰੋਂ ਵੀ ਬਣਾ ਲਈ, ਡਰਾਅ ਕਰ ਲਈ, ਇੱਧਰ ਮਾਈਨਸ ਦੇ ਵਿੱਚ ਆ ਨੈਗੇਟਿਵ 'ਚ, ਇੱਧਰ ਮੈਂ ਕੀ ਲਿਖਿਆ ਪੋਜ਼ੀਟਿਵ ਧਨਾਤਮਕ। ਠੀਕ ਹੈ, ਇਹ ਪਲੱਸ ਪੋਜ਼ੀਟਿਵ ਦਾ ਲਿਖਿਆ, ਇਹ ਪੋਜ਼ੀਟਿਵ ਦਾ ਸ਼ਾਰਟਕਟ ਹੈ। ਠੀਕ ਹੈ, ਪਲੱਸ ਪਾ ਕੇ VE ਲਿਖਤਾ ਪੋਜ਼ੀਟਿਵ ਅਤੇ ਨੈਗੇਟਿਵ ਪਾ ਕੇ VE ਲਿਖਤਾ ਮਾਈਨਸ ਨੈਗੇਟਿਵ। ਠੀਕ ਹੈ, ਇੱਦਾਂ ਲਿਖਤਾ। ਤਾਂ ਜੋ ਧਨਾਤਮਕ ਸੰਪੂਰਨ ਸੰਖਿਆ ਨੂੰ, ਧਨਾਤਮਕ ਦੀ ਗੱਲ ਕਰਦਾ ਪਿਆ ਨਾ ਕਿ ਰਿਣਾਤਮਕ ਦੀ, ਧਨਾਤਮਕ ਤਾਂ ਇੱਧਰ ਨੂੰ ਹੀ ਜਾਣਗੀਆਂ ਹੈ ਨਾ, ਇੱਧਰਲੇ ਪਾਸੇ। ਧਨਾਤਮਕ ਸੰਪੂਰਨ ਸੰਖਿਆ ਨੂੰ ਜੋੜਦੇ ਹਾਂ ਤਾਂ ਸੱਜੇ ਪਾਸੇ ਜਾਂਦੇ ਹਾਂ, ਜਿਵੇਂ 0 1 2 3 ਹੈ ਨਾ। ਦੇਖੋ ਜੇ ਮੈਂ 1 + 1 ਕਰਦਾ ਤਾਂ ਮੇਰੇ ਕੋਲ ਕਿੰਨਾ ਦਾ 2, ਤਾਂ ਇੱਥੇ 1 ਸੀਗਾ, ਇੱਕ ਸਟੈਪ ਇੱਥੇ ਹੋਰ ਚੱਲਿਆ 1, ਇੱਥੇ ਕਿਤੇ ਪਹੁੰਚ ਗਿਆ ਮੈਂ 2 ਤੇ ਪਹੁੰਚ ਗਿਆ। ਤਾਂ ਵਿਚਕਾਰ ਜਿਹੜਾ ਇੱਕ ਸਟੈਪ ਨਾਲ ਚੱਲ ਕੇ ਗਿਆ ਹੈ। ਇੱਕ ਰਿਣਾਤਮਕ ਸੰਪੂਰਨ ਸੰਖਿਆ ਨੂੰ ਜੋੜਦੇ ਹਾਂ ਤਾਂ ਖੱਬੇ ਪਾਸੇ ਜਾਂਦੇ ਹਾਂ, ਜੇ ਰਿਣਾਤਮਕ ਜੋੜਨੀ ਆ ਤਾਂ ਕਿੱਧਰ ਜਾਣਾ, ਖੱਬੇ ਪਾਸੇ ਜਾਣਾ। ਮੰਨ ਲਓ ਮੇਰੇ ਕੋਲ ਕਿੰਨਾ 1 ਅਤੇ ਮੈਂ ਜੋੜਨੀ ਕੀ ਆ -1। ਠੀਕ ਹੈ ਜੀ, ਪਲੱਸ ਕਰਨੀ ਸੀਗੀ -1 ਬ੍ਰੈਕਟ 'ਚ ਰੱਖ ਕੇ, ਤਾਂ 1 - 1 0, ਤਾਂ 1 ਤੋਂ ਮੈਂ ਕਿੱਥੇ ਜਾਣਾ ਹੈ -1 ਵੱਲ, ਤਾਂ ਇੱਧਰਲੇ ਪਾਸੇ ਜਾਊਂਗਾ। ਠੀਕ ਹੈ, ਤਾਂ ਇਹਨੂੰ ਇੱਦਾਂ ਸਮਝ ਸਕਦੇ ਆਪਾਂ, ਜੇ ਇੱਕ ਆਪਾਂ ਛੋਟੀ ਜਿਹੀ ਗੇਮ ਵੀ ਸਕੂਲ ਦੇ ਵਿੱਚ ਬਣਾ ਲਈ ਜਾਵੇ ਬੱਚਿਆਂ ਨੂੰ ਹੈ ਨਾ, ਛੋਟੇ ਹੁੰਦੇ ਆਪਾਂ ਪੀਚੋ ਵੀ ਖੇਲੀ ਹੋਈ ਹੈ ਸਾਰਿਆਂ ਨੇ ਹੈ ਨਾ, ਉਹਦੇ ਵਿੱਚ ਇੱਦਾਂ ਸਟੈਪੂ ਵੀ ਖੇਲਿਆ ਹੋਇਆ ਹੈ, ਤਾਂ ਇਹਨੂੰ ਆਪਾਂ ਇੱਦਾਂ ਸਮਝ ਸਕਦੇ ਹਾਂ। ਜੇ ਬੱਚੇ ਲਈ ਸਟੈਪੂ ਵੀ ਤਿਆਰ ਬਣਾਉਣਾ ਹੋਵੇ ਇੱਕ, ਨੋਟਪੈਡ 'ਚ ਜਾਣਾ ਮੈਂ, ਇੱਕ ਸੈਕਿੰਡ ਜਰਾ, ਉਹ ਅਪਲੋਡ ਹੋ ਰਿਹਾ ਹਲੇ ਤਾਂ ਕਰਕੇ ਡਰਾ ਨਹੀਂ ਕਰ ਪਾ ਰਿਹਾ, ਉਹ ਇੰਟਰਨੈਟ ਨਾਲ ਕਨੈਕਸ਼ਨ ਐਰਰ ਆ ਰਹੀ ਆ। ਚਲੋ ਆਪਾਂ ਦੂਜੀ ਐਪਸ ਵਿੱਚ, ਮੈਂ ਐਪ ਦੇ ਵਿੱਚ ਜਾ ਕੇ ਤੁਹਾਨੂੰ ਬਣਾ ਕੇ ਦਿਖਾ ਦਿੰਦਾ। ਇਹਦੇ ਵਿੱਚ ਕੀ ਹੈ ਤੁਹਾਡੇ ਕੋਲ, ਮੰਨ ਲਓ ਇੱਦਾਂ ਆਪਾਂ ਕੀ ਕਰਦੇ ਹਾਂ, ਇੱਦਾਂ ਇੱਕ ਸਕੁਅਰ ਬਾਕਸ ਬਣਾ ਲੈਂਦੇ ਹਾਂ। ਠੀਕ ਹੈ, ਇੱਥੇ ਆਪਾਂ ਕੀ ਕੀਤਾ, ਇੱਕ ਬੱਚੇ ਨੂੰ ਖੜਾ ਕਰਤਾ, ਇੱਥੇ ਲਿਖਤਾ 0 1 2 3 4। ਠੀਕ ਹੈ, ਇੱਦਾਂ ਇੱਕ ਬੱਚਾ ਇੱਥੇ ਖੜਾ ਕਰਤਾ ਆਪਾਂ, ਉਹਨੂੰ ਕਿਹਾ ਇੱਦਾਂ ਕੀ ਲਿਖਤਾ ਆਪਾਂ 5, ਇੱਥੇ ਕੀ ਲਿਖਤਾ 6। ਉਹਨੂੰ ਆਪਾਂ ਕਿਹਾ ਵੀ ਇੱਕ ਜੋੜ 4 ਦੇ ਵਿੱਚ ਇੱਕ ਜੋੜ, ਮਤਲਬ ਇੱਕ ਜੋੜ ਦਾ ਮਤਲਬ ਪਤਾ ਕੀ ਆ, ਇੱਕ ਸਟੈਪ ਚੱਲ ਤਾਂ ਬੱਚਾ ਜੰਪ ਕਰਕੇ ਇੱਥੇ ਆ ਜਾਏਗਾ। ਜੇ ਆਪਾਂ ਗੇਮ ਵੀ ਖਿਲਾਈਏ ਹੈ ਨਾ, ਉਹਨੂੰ ਇੱਦਾਂ ਜੋੜ ਘਟੋ ਸਮਝ ਆ ਜਾਏਗਾ। ਹੁਣ ਉਹਨੂੰ ਕਿਹਾ ਤਾਂ ਦੇਖੋ ਕਿੱਧਰਲੇ ਪਾਸੇ ਤੁਰਿਆ, ਉਹ ਸੱਜੇ ਪਾਸੇ ਨੂੰ ਗਿਆ, ਇੰਨੀ ਗੱਲ ਸਮਝਣ ਦੀ ਲੋੜ ਆ, ਸੱਜੇ ਪਾਸੇ ਗਿਆ। ਹੁਣ ਇਹ ਕੀ ਕਰਦਾ ਪਿਆ, ਉਹ ਧਨਾਤਮਕ ਸੰਖਿਆਵਾਂ ਨੂੰ ਜੋੜ ਕਰਦਾ ਪਿਆ। ਹੁਣ ਉਹਨੂੰ ਕਿਹਾ ਕਿ ਤੂੰ 4 'ਤੇ ਖੜਾ ਨਾ, 4 'ਤੇ ਖੜਾ, ਉਹਨੂੰ ਕਿਹਾ -1 ਕਰ, -1 ਮਤਲਬ ਜੋੜ ਇੱਕ ਜੋੜ ਕੀ -1 ਜੋੜ। ਉਹਨੂੰ ਇਹ ਸਮਝਣਾ ਪੈਣਾ ਵੀ ਮੈਂ ਜੋੜਨਾ ਹੈ। ਜੋੜਨ ਤੋਂ ਉਹਨੂੰ ਕੀ ਸਮਝ ਆਇਆ ਸੀਗਾ ਕਿ ਮੈਂ ਧਨਾਤਮਕ ਵੱਲ ਜਾਣਾ ਹੈ ਨਾ, ਜੋੜਨਾ ਹੈ, ਤੁਰਨਾ ਹੈ, ਮੈਂ ਅੱਗੇ ਜਾਣਾ, ਅੱਗੇ ਜਾਂ ਪਿੱਛੇ ਜਾਣਾ। ਜੇ ਧਨਾਤਮਕ ਸੀਗਾ ਤਾਂ ਉਹਨੇ ਸੱਜੇ ਪਾਸੇ ਜਾਣਾ ਸੀ, ਜੇ ਰਿਣਾਤਮਕ ਹੈ ਤਾਂ ਉਹਨੇ ਕਿੱਧਰ ਜਾਣਾ, ਖੱਬੇ ਪਾਸੇ ਜਾਣਾ। ਤਾਂ ਉਹਨੇ ਕੀਤਾ ਆਪਣਾ ਮੂੰਹ ਇੱਧਰਲੇ ਪਾਸੇ ਕਰ ਲਿਆ। ਜਦੋਂ ਨੇ ਆਪਣਾ ਇੱਧਰਲੇ ਪਾਸੇ ਮੂੰਹ ਕਰ ਲਿਆ, ਜੋੜ ਕਰਨਾ ਸੀ ਪਰ ਉਹਨੇ ਇੱਕ ਸਟੈਪ ਚੱਲਣਾ ਸੀ, ਪਰ -1 ਮਤਲਬ -1 ਕੀ ਦੱਸਦਾ ਹੈ ਵੀ ਖੱਬੇ ਪਾਸੇ ਤੁਰੋ, ਖੱਬੇ ਪਾਸੇ ਚੱਲੋ ਇੱਕ ਸਟੈਪ। ਤਾਂ ਚੱਲ ਕੇ ਕਿੱਧਰ ਆ ਗਿਆ, ਤਾਂ ਜੋ 4 ਦੇ ਵਿੱਚੋਂ +-1 1 ਸੀਗਾ, ਤਾਂ 4 - 1 ਹੋ ਕੇ ਮੇਰੇ ਕੋਲ ਕੀ ਆ ਗਿਆ 3 ਆ ਗਿਆ। ਤਾਂ ਚੱਲ ਕੇ ਕਿੱਥੇ ਪਹੁੰਚ ਜਾਏਗਾ, ਇਸ ਪਾਸੇ ਪਹੁੰਚ ਜਾਏਗਾ। ਠੀਕ ਹੈ, ਤਾਂ ਤੁਸੀਂ ਆਪ ਵੀ ਇਹ ਗੇਮ ਤਿਆਰ ਕਰਕੇ ਦੇਖ ਸਕਦੇ ਹੋ, ਆਪ ਵੀ ਕਰਕੇ ਦੇਖ ਸਕਦੇ ਹੋ, ਤੁਹਾਨੂੰ ਪਤਾ ਲੱਗ ਜਾਏਗਾ ਵੀ ਬੱਚੇ ਨੂੰ ਕਿੱਦਾਂ ਜੋੜ ਘਟਾਓ ਕਰਾਉਣੀ ਹੈ ਅਤੇ ਕਿੱਦਾਂ ਸਮਝਾਉਣੀ ਹੈ। ਠੀਕ ਹੈ, ਇੱਕ ਧਨਾਤਮਕ ਸੰਪੂਰਨ ਸੰਖਿਆ ਨੂੰ ਘਟਾਉਂਦੇ ਹਾਂ ਤਾਂ ਖੱਬੇ ਪਾਸੇ ਜਾਂਦੇ ਹਾਂ। ਜੇ ਘਟਾਉਣਾ ਹੈ, ਘਟਾਉਣ ਦਾ ਮਤਲਬ ਹੁਣ ਤੁਸੀਂ ਇੱਥੋਂ ਸਮਝ ਸਕਦੇ ਹੋ, ਘਟਾਉਣ ਦਾ ਮਤਲਬ ਕੀ ਆ, ਖੱਬਾ ਪਾਸੇ ਚੱਲੋ। ਠੀਕ ਹੈ, ਜੇ ਆਪਾਂ ਗੇਮ ਖੇਡਦੇ ਪਏ ਹਾਂ, ਅਤੇ ਵਧਾਉਣ ਦਾ ਮਤਲਬ ਕੀ ਆ, ਸੱਜੇ ਪਾਸੇ ਜਾਓ। ਇੱਕ ਰਿਣਾਤਮਕ ਸੰਪੂਰਨ ਸੰਖਿਆ ਨੂੰ ਘਟਾਉਂਦੇ ਹਾਂ ਤਾਂ ਸੱਜੇ ਪਾਸੇ ਜਾਂਦੇ ਹਾਂ। ਹੇਠਾਂ ਲਿਖੇ ਕਥਨ ਸਹੀ ਹਨ ਜਾਂ ਗਲਤ ਕਥਨ ਨੂੰ ਸਹੀ ਕਰੋ। ਜਦੋਂ ਦੋ ਧਨਾਤਮਕ ਸੰਪੂਰਨ ਸੰਖਿਆ ਨੂੰ ਜੋੜਿਆ ਜਾਂਦਾ ਹੈ ਤਾਂ ਸਾਨੂੰ ਇੱਕ ਧਨਾਤਮਕ ਸੰਪੂਰਨ ਸੰਖਿਆ ਪ੍ਰਾਪਤ ਹੁੰਦੀ ਹੈ। ਧਨਾਤਮਕ ਸੰਖਿਆਵਾਂ ਲੈ ਲੈਂਦੇ ਹਾਂ, 2 + ਮੈਂ 3 ਜੋੜਦਾ ਕਿ ਮੈਨੂੰ 5 ਮਿਲਿਆ, ਕਿ ਮੈਨੂੰ ਧਨਾਤਮਕ ਹੀ ਮਿਲੀ।
ਦੋ ਧਨਾਤਮਕ ਸੰਪੂਰਨ ਸੰਖਿਆਵਾਂ ਨੂੰ ਜੋੜ ਕੇ ਕੀ ਧਨਾਤਮਕ ਸੰਪੂਰਨ ਸੰਖਿਆ ਹੀ ਮਿਲੀ ਹੈ? ਬਿਲਕੁਲ ਠੀਕ ਹੈ। ਜਦੋਂ ਦੋ ਰਿਣਾਤਮਕ ਸੰਪੂਰਨ ਸੰਖਿਆਵਾਂ ਨੂੰ ਜੋੜਿਆ ਜਾਂਦਾ ਤਾਂ ਸਾਨੂੰ ਇੱਕ ਧਨਾਤਮਕ ਸੰਪੂਰਨ ਸੰਖਿਆ ਪ੍ਰਾਪਤ ਹੁੰਦੀ ਹੈ। ਰਿਣਾਤਮਕ ਦੇਖ ਲੈਂਦੇ ਹਾਂ, -2 + -3, ਠੀਕ ਹੈ। ਜੋ ਇਹ ਦੋਨੋਂ ਕੀ ਨੇ? ਦੋ ਰਿਣਾਤਮਕ ਸੰਪੂਰਨ ਸੰਖਿਆਵਾਂ ਨੇ। ਜਦੋਂ ਇਹਨਾਂ ਨੂੰ ਜੋੜਾਂਗੇ ਤਾਂ -2 ਇੱਥੇ ਪਲੱਸ ਮਾਈਨਸ ਕੀ ਹੋ ਜਾਏਗਾ? -3, ਇਹ ਕੀ ਆ ਜਾਏਗਾ? -1। ਕੀ ਇਹ ਧਨਾਤਮਕ ਪ੍ਰਾਪਤ ਹੋਈ ਹੈ? ਸਾਨੂੰ ਧਨਾਤਮਕ ਸੰਪੂਰਨ ਪ੍ਰਾਪਤ ਹੋਈ ਹੈ? ਨਹੀਂ, ਸਾਨੂੰ ਕਿਹੜੀ ਪ੍ਰਾਪਤ ਹੋਈ ਹੈ? ਰਿਣਾਤਮਕ ਸੰਪੂਰਨ। ਕਲੀਅਰ ਚੀਜ਼ ਇਹ। ਜਦੋਂ ਇੱਕ ਧਨਾਤਮਕ ਅਤੇ ਰਿਣਾਤਮਕ ਸੰਪੂਰਨ ਸੰਖਿਆ ਨੂੰ ਜੋੜਿਆ ਜਾਂਦਾ ਹੈ ਤਾਂ ਸਾਨੂੰ ਰਿਣਾਤਮਕ ਸੰਪੂਰਨ ਸੰਖਿਆ ਪ੍ਰਾਪਤ ਹੁੰਦੀ ਹੈ। ਇਹ ਵੀ ਦੇਖ ਲੈਂਦੇ ਹਾਂ ਵੀ ਜੇ -2 ਨੂੰ ਇਹ ਕੌਣ ਆ ਮੇਰੇ ਕੋਲ? ਰਿਣਾਤਮਕ ਸੰਪੂਰਨ ਨੂੰ ਜੋੜਦਾ ਤਾਂ ਮੈਨੂੰ 3 ਨਾਲ ਜੋੜਿਆ ਤਾਂ ਮੈਨੂੰ ਕੀ ਮਿਲਿਆ? ਇੱਥੇ ਵੱਡਾ ਹੈ, ਠੀਕ ਹੈ। ਇੱਥੇ ਕੀ ਹੈ? ਇੱਥੇ -2 ਛੋਟਾ ਹੈ, ਇੱਥੇ ਕੀ ਹੈ? ਵੱਡਾ ਹੈ। ਤਾਂ ਇੱਥੇ ਮੈਨੂੰ ਕੀ ਮਿਲਿਆ? 1 ਮਿਲਿਆ ਇੱਕ ਤਰੀਕੇ ਨਾਲ, ਠੀਕ ਹੈ ਜੀ। ਤਾਂ 1 ਮਿਲਿਆ। ਤਾਂ ਜਿਹੜਾ 1 ਕੀ ਆ ਉਹ ਤਾਂ ਧਨਾਤਮਕ ਹੋ ਜਾਂਦਾ ਨਾ। ਤਾਂ ਗੱਲ ਪੱਕੀ ਨਹੀਂ ਹੈਗੀ, ਹਰ ਵਾਰ ਪੱਕੀ ਨਹੀਂ ਗਈ। ਕਿੱਦਾਂ? ਦੇਖੋ, ਉਹਨੇ ਇੱਦਾਂ ਕਿਹਾ ਇਹ ਇੱਕ ਧਨਾਤਮਕ ਅਤੇ ਇੱਕ ਰਿਣਾਤਮਕ, ਧਨਾਤਮਕ ਲੈਣੀ ਤੇ ਰਿਣਾਤਮਕ ਲੈਣੀ ਹੈ। ਜੇ ਉਹਨਾਂ ਨੂੰ ਜੋੜਿਆ ਜਾਂਦਾ ਹੈ ਤਾਂ ਰਿਣਾਤਮਕ ਹੀ ਪ੍ਰਾਪਤ ਹੁੰਦਾ ਹੈ। ਇੱਕ ਧਨਾਤਮਕ ਲੈਣੀ ਹੈ, ਇੱਕ ਰਿਣਾਤਮਕ ਲੈਣੀ ਹੈ। ਇੱਕ ਧਨਾਤਮਕ ਲੈ ਲੈਂਦੇ ਹਾਂ। ਪਹਿਲਾ ਧਨਾਤਮਕ, ਮੰਨ ਲਓ 3 ਧਨਾਤਮਕ ਹੈ ਅਤੇ 2 ਕੀ ਹੈ? ਰਿਣਾਤਮਕ ਹੈ। ਆ ਦੋ ਸੰਖਿਆਵਾਂ ਲੈ ਲਈਆਂ। ਇਹ ਤੁਹਾਡੇ ਕੋਲ ਕੀ ਹੈ? ਪੋਜ਼ੀਟਿਵ ਹੈ। ਇਹ ਕੀ ਹੈ? ਰਿਣਾਤਮਕ। ਇਹਨਾਂ ਨੂੰ ਜੋੜਨਾ ਹੈ। ਪਹਿਲਾਂ ਮੈਂ ਜੋੜ ਸਕਦਾ ਇੱਦਾਂ 3 + -2 ਕਰਕੇ ਜੋੜ ਸਕਦਾ, ਬਿਲਕੁਲ ਜੋੜ ਸਕਦਾ, ਠੀਕ ਹੈ। ਜੇ ਇਹਨਾਂ ਨੂੰ ਮੈਂ ਇੱਦਾਂ ਜੋੜਦਾ ਮੇਰੇ ਕੋਲ ਕੀ ਬਣਦਾ? 3 - 2, ਤਾਂ ਮੈਨੂੰ ਕੀ ਪ੍ਰਾਪਤ ਹੋਇਆ? 1 ਪ੍ਰਾਪਤ ਹੋਇਆ। ਕਲੀਅਰ ਹੈ। ਹੁਣ ਜੇ ਮੈਂ 2 - 2 + 3 ਜੋੜਦਾ ਹੈ ਤਾਂ ਮੈਨੂੰ ਕੀ ਪ੍ਰਾਪਤ ਹੋਏਗਾ? ਫਿਰ ਮੈਨੂੰ ਕੀ ਪ੍ਰਾਪਤ ਹੋਏਗਾ? 1 ਪ੍ਰਾਪਤ ਹੋਏਗਾ। ਇੱਕ ਤਾਂ ਕੰਡੀਸ਼ਨ ਇਹ ਹੋ ਗਈ, ਇੱਕ ਧਨਾਤਮਕ ਸੀਗੀ, ਇੱਕ ਰਿਣਾਤਮਕ ਸੀਗੀ। ਹੁਣ ਦੂਜੀ ਕੰਡੀਸ਼ਨ ਦੇ ਵਿੱਚ ਮੇਰੇ ਕੋਲ ਚੱਲਦੇ ਹਾਂ ਆਪਾਂ। ਜੇ ਮੇਰੇ ਕੋਲ ਇੱਦਾਂ ਹੁੰਦਾ -3 ਅਤੇ 2 ਹੁੰਦਾ, ਫਿਰ ਹੁਣ -3 ਨੂੰ ਜੋੜਿਆ 2 ਦੇ ਨਾਲ ਤਾਂ ਮੈਨੂੰ ਕੀ ਮਿਲਿਆ? -1। ਜੇ ਮੈਂ 2 ਦੇ ਵਿੱਚ ਜੋੜਿਆ ਕਿਹਨੂੰ? -3 ਨੂੰ, ਤਾਂ ਮੈਨੂੰ ਕੀ ਮਿਲਿਆ? ਫਿਰ ਵੀ -1। ਮਤਲਬ ਇੱਕ ਧਨਾਤਮਕ ਹੈ, ਇੱਕ ਰਿਣਾਤਮਕ ਹੈ। ਉਹ ਸਾਨੂੰ ਧਨਾਤਮਕ ਆਨਸਰ ਵੀ ਆ ਸਕਦਾ, ਮਤਲਬ ਸੰਖਿਆ ਵੀ ਦੇ ਸਕਦੀ ਹੈ, ਅਤੇ ਸਾਨੂੰ ਰਿਣਾਤਮਕ ਸੰਖਿਆ ਵੀ ਦੇ ਸਕਦੀ ਹੈ। ਤਾਂ ਮਤਲਬ ਇਸ ਕਰਕੇ ਜਿਹੜੀ ਸਟੇਟਮੈਂਟ ਹੈ, ਇਹ ਸਟੇਟਮੈਂਟ ਕੀ ਕਹਿੰਦੀ ਹੈ? ਇਹ ਕਥਨ ਸਾਡੇ ਕੋਲ ਕੀ ਹੁੰਦਾ? ਗਲਤ ਹੋ ਜਾਂਦਾ ਹੈ। ਸੰਪੂਰਨ ਸੰਖਿਆ 8 ਦਾ ਜੁੜਨਯੋਗ ਉਲਟ ਕ੍ਰਮ ਐਡੀਟਿਵ ਇਨਵਰਸ -8 ਹੈ ਅਤੇ ਸੰਪੂਰਨ ਸੰਖਿਆ -8 ਦਾ ਜੁੜਨਯੋਗ ਉਲਟ ਕ੍ਰਮ ਐਡੀਟਿਵ ਇਨਵਰਸ 8 ਹੈ। ਐਡੀਟਿਵ ਇਨਵਰਸ ਦਾ ਇੱਥੇ ਮਤਲਬ ਕੀ ਆ? ਇਹ ਵੈਸੇ ਆਪਾਂ ਡਿਟੇਲ 'ਚ ਅੱਗੇ ਪੜਾਂਗੇ, ਪਰ ਤੁਹਾਨੂੰ ਇੱਥੇ ਮੋਟਾ ਦੱਸ ਦਿੰਦਾ। ਐਡੀਟਿਵ ਇਨਵਰਸ ਸੰਖਿਆ ਉਹ ਸੰਖਿਆ ਹੁੰਦੀ ਹੈ, ਮੰਨ ਲਓ 8 ਸੰਖਿਆ ਐਡੀਟਿਵ ਇਨਵਰਸ ਉਹ ਸੰਖਿਆ ਹੈ ਜੇ ਜਦੋਂ ਕਿਸੇ ਸੰਖਿਆ ਵਿੱਚ ਉਹਨੂੰ ਜੋੜਿਆ ਜਾਵੇ ਤਾਂ ਮੈਨੂੰ ਕੀ ਪ੍ਰਾਪਤ ਹੋਵੇ? 0 ਪ੍ਰਾਪਤ ਹੋਵੇ। 8 ਦੇ ਵਿੱਚ ਮੈਂ ਕੀ ਜੋੜਾਂ? ਮੈਨੂੰ 0 ਪ੍ਰਾਪਤ ਹੋਵੇ ਤਾਂ -8 ਹੀ ਜੋੜੂੰਗਾ ਨਾ। -8 ਨੂੰ ਜੋੜੂੰਗਾ 0 ਦੇ ਵਿੱਚ ਤਾਂ ਮੈਨੂੰ 0 ਪ੍ਰਾਪਤ ਹੋ ਜਾਏਗੀ। ਤਾਂ ਇਸ ਕਰਕੇ 8, ਹੁਣ ਦੁਬਾਰਾ ਸਟੇਟਮੈਂਟ ਸੁਣੋ, ਉਹ ਕਿਸੇ ਸੰਖਿਆ ਵਿੱਚ ਉਹ ਕਿਹੜੀ ਸੰਖਿਆ ਨੂੰ ਜੋੜਿਆ ਜਾਵੇ ਕਿ ਮੈਨੂੰ ਜਿਹੜਾ ਮੁੱਲ ਹੈ, ਜਿਹੜਾ ਮੇਰੀ ਵੈਲਿਊ ਹੈ, ਮੈਨੂੰ 0 ਪ੍ਰਾਪਤ ਹੋਵੇ। 8 ਦੇ ਵਿੱਚ ਮੈਂ ਕੀ ਜੋੜਾਂ ਕਿ ਮੈਨੂੰ 0 ਪ੍ਰਾਪਤ ਹੋ ਜਾਵੇ? 8 ਦੇ ਵਿੱਚ ਮੈਂ ਕੀ ਜੋੜੂੰਗਾ? -8 ਜੋੜੂੰਗਾ। ਮਤਲਬ ਇੱਦਾਂ ਦਾ ਕਿਹੜਾ ਚੀਜ਼ ਜੋੜਾਂ? ਐਡੀਟਿਵ ਮਤਲਬ ਕਿਹੜੀ ਚੀਜ਼ ਐਡ ਕਰਾਂ ਕਿ ਮੈਨੂੰ 0 ਮਿਲ ਜਾਵੇ, ਅਤੇ ਉਹ ਕੀ ਆ? -8। -8 ਦਾ ਤੁਸੀਂ ਤਾਂ ਇਨਵਰਸ ਨੂੰ ਮਤਲਬ ਸਮਝ ਸਕਦੇ ਹੋ, ਉਹਦਾ ਉਲਟ 8 ਦਾ, ਠੀਕ ਹੈ। ਕਿਹੜੀ ਸੰਖਿਆ 8 ਨੂੰ ਕਿਹੜੀ ਸੰਖਿਆ 0 ਬਣਾ ਸਕਦੀ ਆ? 8 ਨੂੰ ਕਿਹੜੀ ਸੰਖਿਆ 0 ਬਣਾ ਸਕਦੀ ਹੈ? ਜੋੜਨ 'ਤੇ, ਐਡੀਟਿਵ ਕਰਨ 'ਤੇ, ਜੋੜਨ 'ਤੇ -8 ਬਣਾ ਸਕਦੀ ਹੈ। ਤਾਂ -8 8 ਦਾ ਕੀ ਆ? ਐਡੀਟਿਵ ਇਨਵਰਸ ਹੈ। ਜੁੜਨਯੋਗ ਉਲਟ ਕ੍ਰਮ, ਮਤਲਬ 8 ਦਾ ਉਲਟਾ ਕ੍ਰਮ ਜਿਹੜਾ ਜੁੜਨਯੋਗ, ਜਿਹਨੂੰ ਜੋੜੀਏ ਅਤੇ ਉਲਟੇ ਕ੍ਰਮ ਕਰਕੇ ਜੋੜੀਏ, ਮਤਲਬ ਮਾਈਨਸ ਦਾ ਸਾਈਨ ਲਗਾ ਕੇ ਜੋੜੀਏ ਤਾਂ ਸਾਨੂੰ ਕੀ ਮਿਲ ਜਾਏਗਾ? ਸਾਨੂੰ ਕੀ ਮਿਲ ਜਾਏਗਾ? ਐਡੀਟਿਵ ਇਨਵਰਸ ਮਿਲ ਜਾਊਗਾ, ਠੀਕ ਹੈ ਜੀ। ਉਹਦਾ ਇਹ ਹਰੇਕ ਸੰਖਿਆ ਦਾ ਇੱਦਾਂ ਐਡੀਟਿਵ ਇਨਵਰਸ ਹੋਏਗਾ। ਜਿਵੇਂ ਹੁਣ ਅੱਗੇ ਕਹਿੰਦਾ -10 + 3 10 - 3, ਇੱਦਾਂ ਲਿਖ ਸਕਦੇ ਹਾਂ? ਨਹੀਂ, ਆਹ ਚੀਜ਼ ਇੱਦਾਂ ਨੂੰ ਲਿਖਿਆ ਨਹੀਂ ਜਾ ਸਕਦਾ, ਠੀਕ ਹੈ। ਇਹ ਚੀਜ਼ ਵੀ ਨੋਟ ਕਰਨ ਵਾਲੀ ਹੈ ਕਿ -10 + 3 = ਹੁੰਦਾ 10 - 3 ਦੇ? ਨਹੀਂ, ਕਦੇ ਵੀ ਨਹੀਂ, ਇਹ ਗਲਤ ਹੈ, ਠੀਕ ਹੈ। ਇਹ ਗਲਤੀ ਹੀ ਨਹੀਂ ਕਰਨੀ ਤੁਸੀਂ ਮੈਥ 'ਚ। ਇਹ ਗਲਤੀਆਂ ਨੇ ਜਿਹੜੀਆਂ ਬੱਚੇ ਆਮ ਨੋਰਮਲ ਕਰ ਦਿੰਦੇ ਨੇ, ਇਹੀ ਗਲਤੀ ਤਾਂ ਕਰਨੀ ਨਹੀਂ ਹੈਗੀ। -10 + 3 = 10 - 3। ਇਹ ਜਿਹੜਾ ਮਾਈਨਸ ਦਾ ਸਾਈਨ ਹੈ ਨਾ, ਇਹ 10 ਦਾ ਹੈ, ਨਾ ਕਿ 3 ਦਾ ਹੈ, ਇਸ ਕਰਕੇ ਗਲਤ ਹੈ। ਇਹ ਇੱਦਾਂ ਲਿਖਿਆ ਜਾ ਸਕਦਾ ਸੀਗਾ 3 - 10, 3 ਨੂੰ ਚੱਕ ਕੇ ਅੰਦਰ ਲਿਆਂਦਾ। ਇਹ ਜਿਹੜਾ ਪਲੱਸ ਦਾ ਮਾਈਨਸ ਸੀਗਾ, ਇਹਦੇ ਅੱਗੇ 10 ਦੇ ਅੱਗੇ ਮਾਈਨਸ ਲੱਗਿਆ ਸੀ, ਜਦੋਂ ਬ੍ਰੈਕਟ ਖੋਲੀ ਤਾਂ -10 ਹੋ ਗਿਆ। ਇਸ ਕਰਕੇ ਸਟੇਟਮੈਂਟ ਗਲਤ ਹੈ। ਇਹ ਸਟੇਟਮੈਂਟ ਠੀਕ ਹੈ, ਠੀਕ ਹੈ। 8 + -7 -8
-4 ਇਜ਼ ਇਕੁਅਲ ਟੂ, ਇਹ ਵੀ ਕਹਿੰਦਾ ਨਾਟ ਇਕੁਅਲ ਟੂ ਹੁੰਦਾ ਹੈ। ਜੇ ਮੈਂ 8 ਲਿਖਿਆ, 8 ਪਲੱਸ ਕਰਕੇ -7 ਲਿਖ ਕੇ -4 ਲਿਖਿਆ, ਕਿ ਮੈਨੂੰ ਇੱਦਾਂ ਲਿਖ ਸਕਦਾ ਸੀਗਾ 8 ਬ੍ਰੈਕਟ ਖੋਲ੍ਹ ਕੇ ਇੱਥੇ ਪਲੱਸ ਹੋ ਗਿਆ, ਨਹੀਂ ਇੱਥੇ ਮਾਈਨਸ ਹੋਣਾ ਸੀਗਾ। ਇੱਥੇ ਬ੍ਰੈਕਟ ਖੋਲ੍ਹ ਕੇ ਮਾਈਨਸ ਰਹੂਗਾ, ਨਹੀਂ ਇੱਥੇ ਕੀ ਹੋਣਾ ਸੀ, ਇਹ ਦੋਨਾਂ ਦਾ ਕੀ ਬਣਨਾ ਸੀਗਾ, ਇੱਥੇ ਪਲੱਸ ਮਾਈਨਸ ਕੀ ਬਣਨਾ ਸੀ, ਮਾਈਨਸ। ਇਸ ਕਰਕੇ ਗੱਲ ਤਾਂ ਠੀਕ ਹੀ ਹੈ। ਇਹ ਜਿਹੜੀ ਕੰਡੀਸ਼ਨ ਕੀ ਹੈ, ਇਹ ਕੰਡੀਸ਼ਨ ਨੇ ਸਾਡੇ ਤੋਂ ਕਥਨ ਪੁੱਛਿਆ ਸੀ, ਇਹ ਕਥਨ ਟਰੂ ਹੈ, ਆਹ ਕਥਨ ਗਲਤ ਲਿਖਿਆ ਆ, ਠੀਕ ਹੈ। ਇਸ ਕਰਕੇ ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ ਨੂੰ ਸਮਝਿਆ। ਜੇ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਨਾ, ਤੁਹਾਨੂੰ ਮੈਥ ਦੇ ਸਾਰੇ ਰੂਲਸ ਪਲੱਸ ਮਾਈਨਸ ਦੇ ਜਿੰਨੇ ਵੀ ਰੂਲ ਸਾਰੇ ਸਮਝ ਆ ਜਾਣੇ, ਠੀਕ ਹੈ ਜੀ। ਆਪਣੇ ਉਤਰਾਂ ਦੀ ਤੁਲਨਾ ਹੇਠਾਂ ਲਿਖੇ ਉਤਰਾਂ ਨਾਲ ਕਰੋ, ਸਹੀ ਹੈ ਉਦਾਹਰਨ ਦੇ ਤੌਰ ਤੇ। ਇਹ ਤਾਂ ਸਿੰਪਲ ਐਡੀਸ਼ਨ ਕੀਤੀ ਹੋਈ ਹੈ, ਠੀਕ ਹੈ, ਇਹਦੇ ਵਿੱਚ ਤਾਂ ਕੁਝ ਵੀ ਨਹੀਂ ਕੀਤਾ ਹੋਇਆ ਹੈਗਾ। ਜਿਹੜੇ ਫਾਲਤੂ ਇਹ ਹੈਗੇ ਸਾਰੇ ਡਿਲੀਟ ਕਰ ਲੈਂਦੇ ਹਾਂ ਪਹਿਲਾਂ, ਜਾਂ ਇਹਨੂੰ ਰੱਬ ਕਰ ਲੈਂਦੇ ਹਾਂ, ਠੀਕ ਹੈ। ਇੱਥੇ ਕੀ ਦੇਖਦੇ ਹਾਂ, 56 ਜਮ੍ਹਾਂ 73, ਇਹ ਤਾਂ ਨੋਰਮਲ ਤੁਸੀਂ ਸੋਲਵ ਕਰ ਹੀ ਲੈਂਗੇ। 113 ਜਮ੍ਹਾਂ 82, ਇਹ ਵੀ ਸੋਲਵ ਕਰ ਲੈਂਗੇ, ਠੀਕ ਹੈ। ਇਹ ਤਾਂ ਕੁਝ ਸਵਾਲ ਜਮ੍ਹਾਂ ਹੀ ਕਰਨ ਵਾਲੇ ਨੇ। ਕਹਿੰਦਾ ਕਿਸ ਕਥਨ ਦੇ ਸੰਬੰਧ ਵਿੱਚ, ਇਸ ਕਥਨ ਦੇ ਸੰਬੰਧ ਵਿੱਚ 5 ਹੋਰ ਉਦਾਹਰਨਾਂ ਦਿਓ, ਠੀਕ ਹੈ। ਇਹ ਜਿਹੜਾ ਵੀਡੀਓ ਪੇਜ ਨੰਬਰ 3 ਹੈ, ਇਹ ਵੀਡੀਓ ਲੈਕਚਰ ਨੈਕਸਟ ਵੀਡੀਓ ਵਿੱਚ ਦੇਖਾਂਗੇ। ਇਹ ਵੀਡੀਓ ਲੈਕਚਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।